ਆਪਾਂ ਫਾਈਨੈਂਸ਼ੀਅਲ ਪਾਵਰ ਤੇ ਪੜ੍ਹ ਰਹੇ ਸੀਗੇ हाँ भी ਪ੍ਰੈਜ਼ੀਡੈਂਟ ਦੀਆਂ, ਤੇ ਉਹਦੇ ਵਿੱਚ ਆਪਾਂ ਅੱਗੇ ਕਿੱਥੇ ਪਹੁੰਚ ਗਏ ਸੀਗੇ ਫਾਈਨੈਂਸ਼ੀਅਲ ਪਾਵਰ ਪੜ੍ਹਦੇ ਪੜ੍ਹਦੇ? ਫਾਈਨਾਂਸ ਕਮਿਸ਼ਨ ਤੇ ਸੀ ਆਪਾਂ, ਠੀਕ ਆ। ਫਾਈਨਾਂਸ ਕਮਿਸ਼ਨ ਨੂੰ ਕਨਸਟੀਟਿਊਟ ਕਰਦਾ ਕੌਣ? ਕਰਦਾ ਪ੍ਰੈਜ਼ੀਡੈਂਟ। ਵੀ ਫਾਈਨਾਂਸ ਕਮਿਸ਼ਨ ਬਣਾਉਂਦਾ। ਫਾਈਨਾਂਸ ਕਮਿਸ਼ਨ ਕਿੰਨੇ ਸਾਲਾਂ ਬਾਅਦ ਬਣਦਾ? 5 ਸਾਲਾਂ ਬਾਅਦ ਬਣਦਾ ਜੀ, ਐਵਰੀ 5 ਈਅਰ, ਹਨਾ। ਕਾਹਦੇ ਵਾਸਤੇ ਬਣਦਾ? ਅਸਲ 'ਚ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਸੀ ਵੀ ਜਿਹੜੇ ਟੈਕਸ ਆ ਨਾ, ਟੈਕਸ हाँ भी ਇਕੱਠੇ ਜਿਹੜੇ ਕਰਨ ਦਾ ਹਨਾ ਅਧਿਕਾਰ ਆ, ਵੀ ਹੁਣ ਕਿਹੜੀ ਚੀਜ਼ ਤੇ ਕੌਣ ਟੈਕਸ ਲਾਊਗਾ। ਹੁਣ ਟੈਕਸ ਇਕੱਠੇ ਕਰਨ ਦਾ ਅਧਿਕਾਰ ਤਿੰਨਾਂ ਕੋਲ ਹੀ ਹੈਗਾ। ਟੈਕਸ ਇਕੱਠੇ ਕਰਨ ਦਾ ਅਧਿਕਾਰ ਸੈਂਟਰ ਸਰਕਾਰ ਕੋਲੇ ਵੀ ਹੈਗਾ, ਟੈਕਸ ਇਕੱਠੇ ਕਰਨ ਦਾ ਅਧਿਕਾਰ ਸਟੇਟ ਸਰਕਾਰ ਕੋਲੇ ਵੀ ਹੈਗਾ, ਟੈਕਸ ਇਕੱਠੇ ਕਰਨ ਦਾ ਅਧਿਕਾਰ ਲੋਕਲ ਗਵਰਨਮੈਂਟਸ ਕੋਲੇ ਵੀ ਹੈਗਾ। ਕੁਝ ਕੁ ਚੀਜ਼ਾਂ ਤੇ ਮਿਊਨਿਸਪੈਲਿਟੀਜ਼ ਜਿਹੜੀਆਂ ਹੈਗੀਆਂ ਹਨਾ, ਜਾਂ ਪੰਚਾਇਤਾਂ ਤਾਂ ਨਹੀਂ ਲਾਉਂਦੀਆਂ, ਫਿਰ ਵੀ ਪਿੰਡ 'ਚ ਘੱਟ ਲਾਉਂਦੀਆਂ, ਪਰ ਜਿਹੜੀਆਂ ਮਿਊਨਿਸਪੈਲਿਟੀਜ਼ ਆ ਉਹ ਟੈਕਸ ਲਾਉਂਦੀਆਂ ਕੁਝ ਕੁ ਥਾਵਾਂ ਜਿਹਨੂੰ ਆਪਾਂ ਜੇ ਤੁਸੀਂ ਨਾ ਸ਼ਾਇਦ ਵਰਡ ਸੁਣਿਆ ਹੋਵੇ, ਚੁੰਗੀ ਘਰ ਆ, ਇਹ ਚੁੰਗੀ ਘਰ ਆ ਜੀ। हाँ भी ਠੀਕ ਹੈ, ਇਹ ਤੁਸੀਂ ਇੱਥੋਂ ਦੀ ਲੰਘੀ ਹੈ ਨੇ, ਇਹ ਤੁਹਾਨੂੰ ਚੁੰਗੀ ਕਰ ਦੇਣਾ ਪਊਗਾ, ਇਹ ਸਾਡੇ ਸ਼ਹਿਰ ਵੀ ਉਹ ਮਿਊਨਿਸਪੈਲਿਟੀ ਨੇ ਲਾਇਆ ਹੁੰਦਾ। ਪਰ ਹੁਣ ਗੱਲ ਕੀ ਹੈ ਵੀ ਹੁਣ ਤਿੰਨਾਂ ਨੇ ਟੈਕਸ ਤਾਂ ਲਾ ਰਹੀਆਂ, ਪਰ ਟੈਕਸ ਜਿਹੜਾ ਲੱਗਦਾ ਉਹ ਸਟੇਟ ਸਰਕਾਰ ਹੋਰ ਚੀਜ਼ ਤੇ ਲਊਗੀ, ਹਨਾ। ਵੀ ਉਹ ਚੀਜ਼ਾਂ ਵੰਡੀਆਂ ਹੋਈਆਂ ਵੀ ਆਹ ਚੀਜ਼ ਤੇ ਟੈਕਸ ਤੁਸੀਂ ਲੈ ਲਿਓ, ਆਹ ਚੀਜ਼ ਤੇ ਟੈਕਸ ਸੈਂਟਰ ਦਾ ਦਿੱਤਿਆ। ਹੁਣ ਉਹ ਜਿਹੜੇ ਜ਼ਿਆਦਾ ਚੀਜ਼ਾਂ ਤੇ ਜਿਹੜਾ ਟੈਕਸ, ਜਿਵੇਂ ਆਪਾਂ ਉਹਦਾਂ ਲਿਸਟਾਂ ਨਹੀਂ ਪੜ੍ਹੀਆਂ ਸੀਗੀਆਂ ਵੀ ਜਿਵੇਂ ਜ਼ਿਆਦਾ ਚੀਜ਼ਾਂ ਤੇ ਕਾਨੂੰਨ ਬਣਾਉਣ ਦਾ ਹੱਕ ਕਿਹਦੇ ਕੋਲੇ ਆ? ਉਹ ਯੂਨੀਅਨ ਲਿਸਟ ਦੇ ਵਿੱਚ ਜ਼ਿਆਦਾ ਵਿਸ਼ੇ ਹੈ ਨਾ, ਤੁਹਾਨੂੰ हाँ ਕਿਹਾ भी ਸੀ ਯੂਨੀਅਨ ਲਿਸਟ ਦੇ ਵਿੱਚ ਤਕਰੀਬਨ 100 ਕੁ ਵਿਸ਼ੇ ਆ, ਹਨਾ। ਤੇ ਸਟੇਟ ਲਿਸਟ ਦੇ ਵਿੱਚ 61 ਵਿਸ਼ੇ ਆ, ਕਨਕਰੰਟ ਦੇ हाँ ਵਿੱਚ भी 96 97 ਆ। ਤੇ ਹੁਣ ਉਸ ਹਿਸਾਬ ਨਾਲ ਵੇਖੀਏ ਵੀ ਜ਼ਿਆਦਾ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲੇ ਆ? ਸੈਂਟਰ ਕੋਲੇ ਹੀ ਆ ਨਾ। ਵੀ ਹੁਣ 100 इंटर को ਕਿੱਥੇ ਉਹ 100 ਚੀਜ਼ਾਂ ਤੇ ਬਣਾ ਸਕਦੀ ਆ, ਸਟੇਟ ਕਿੰਨੇ ਤੇ ਬਣਾ ਸਕਦੀ? 61। ਆਈ ਦਿਮਾਗ 'ਚ? ठीक है भी ਉਸੇ हाँ भी ਤਰੀਕੇ ਦੇ ਨਾਲ ਹੀ ਜੇ ਆਪਾਂ ਉਹ ਸੀਗੀ ਲੈਜਿਸਲੇਟ ਕਰਨ ਦੀ ਪਾਵਰ, ਹਨਾ। ਕੀ ਸੀਗੀ? ਕਾਨੂੰਨ ਬਣਾਉਣ ਦੀ ਪਾਵਰ ਸੀ ਨਾ, ਲੈਜਿਸਲੇਟਿਵ ਪਾਵਰ ਸੀਗੀ ਸਰਕਾਰ ਦੀ। ਪਰ ਜੇ ਹੁਣ ਆਪਾਂ ਗੱਲ ਕਰੀਏ ਵੀ ਆ ਫਾਈਨੈਂਸ਼ੀਅਲ ਪਾਵਰ ਦੀ ਜਾਂ ਐਗਜ਼ੈਕਟਿਵ ਪਾਵਰ ਦੇ ਵਿੱਚ ਆਉਂਦੇ ਆ ਟੈਕਸ, ਹਨਾ। ਟੈਕਸ ਵੀ ਉਵੇਂ ਹੀ ਆ। ਟੈਕਸ ਜੇ हाँ भी ਸਰਕਾਰ ਕੋਲ, ਜਿਹੜੀ ਸੈਂਟਰ ਸਰਕਾਰ ਆ ਉਹਦੇ ਕੋਲੇ ਬਾਹਲੇ ਸਾਧਨ ਆ ਟੈਕਸ ਇਕੱਠਾ ਕਰਨ ਦੇ ਲੋਕਾਂ ਤੋਂ, ਠੀਕ ਆ। ਉਹਨਾਂ ਬਾਰੇ ਆਪਾਂ ਪੜਾਂਗੇ ਜੇ ਅੱਗੇ, ਪਰ ਇੱਕ ਵਾਰੀ ਤੁਸੀਂ ਇੰਨੀ ठीक है ਚੀਜ਼ ਯਾਦ ਰੱਖਣੀ ਵੀ ਉਹਨਾਂ ਕੋਲੇ ਜ਼ਿਆਦਾ ਸਾਧਨ ਆ, ਜਿਹੜੀਆਂ ਸਟੇਟ ਸਰਕਾਰਾਂ ਉਹਨਾਂ ਕੋਲੇ ਘੱਟ ਸਾਧਨ ਆ। ਹੁਣ ਸਟੇਟ ਸਰਕਾਰਾਂ ਕੋਲੇ ਜਿਹੜਾ ਸਿੱਧਾ ਟੈਕਸ ਆਉਂਦਾ, ਸਿੱਧੀ ਇਨਕਮ ਆਉਂਦੀ, ਉਹ ਦੋ ਚੀਜ਼ਾਂ ਤੋਂ ਹੀ ਆਉਂਦੀ ਆ। ਇੱਕ ਤਾਂ ਆਉਂਦੀ ਹੈ ਪੈਟਰੋਲ ਤੋਂ ਉਹਨਾਂ ਨੂੰ, ਦੂਜੀ ਆਉਂਦੀ ਹੈ ਸ਼ਰਾਬ ਤੋਂ, ਜਿਹੜਾ ਸਿੱਧਾ ठीक ਪੈਸਾ है ਇਹਨਾਂ ਕੋਲੇ ਆਉਂਦਾ। ਬਾਕੀ ਜਿਹੜੀਆਂ ਆਪਾਂ ਚੀਜ਼ਾਂ ਖਰੀਦਦੇ ਹਾਂ, ਜਿਵੇਂ ਆਪਾਂ GST ਦੀ ਗੱਲ ਕਰਦੇ ਹਾਂ ਹਨਾ, ਜਿਵੇਂ ਹੁਣ GST ਲਾਗੂ ਹੋ ਗਿਆ, ਪਹਿਲਾਂ GST ਲਾਗੂ ਨਹੀਂ ਹੁੰਦਾ ਸੀਗਾ ਤੇ ਕੁਝ ਕੁ ਮਾਮਲਿਆਂ ਤੇ ਸਰਕਾਰ ਤੋਂ ਸਿੱਧਾ ਪੈਸਾ ਇਹਨਾਂ ਕੋਲੇ ਜਾ ਵੜਦਾ ਹੁੰਦਾ ਸੀਗਾ, ਵੀ ਸਟੇਟ ਸਰਕਾਰ ਕੋਲੇ ਪੈਸੇ ਸਿੱਧੇ ਜਾ ਵੜਦੇ ਹੁੰਦੇ ਸੀਗੇ ਟੈਕਸ ਵਾਲੇ। ਪਰ ਹੁਣ ਜਦੋਂ ਦਾ GST ਲਾਗੂ ਹੋਇਆ ਨਾ, ਇੱਕ ਵਾਰੀ ਸਾਰੇ ਦੇ ਸਾਰੇ ਪੈਸੇ ਕਿਹਦੇ ਕੋਲੇ ਜਾ ਵੜਦੇ ਆ? ਸੈਂਟਰ ਸਰਕਾਰ ਕੋਲੇ ਜਾਂਦੇ ਆ। ਤੇ ਉਦੋਂ ਬਾਅਦ ਸੈਂਟਰ ਸਰਕਾਰ ਦੁਬਾਰਾ ਇਹਨਾਂ ਨੂੰ ਦਿੰਦੀ ਹੈ ਪੈਸੇ, ਅੱਧੇ ਆਪ ਰੱਖ ਲੈਂਦੀ, ਅੱਧੇ ਇਹਨਾਂ ਨੂੰ ਦੇ ਦਿੰਦੀ ਹੈ। ਇੱਕ ਵਾਰੀ ਉਹਨਾਂ ਕੋਲ ਹੀ ਜਾਂਦੇ ਆ। ਜਦੋਂ GST ਨਹੀਂ ठीक ਲਾਗੂ है ਹੋਇਆ ਸੀ ਉਦੋਂ ਇਹ ਚੀਜ਼ ਨਹੀਂ ਸੀ, ਉਦੋਂ ਵੀ ਸਰਕਾਰ ਕੋਲੇ ਜਿਹੜਾ ਸਟੇਟ ਦਾ ਟੈਕਸ ਆ ਸਟੇਟ ਕੋਲੇ ਸਿੱਧਾ ਆਉਂਦਾ ਸੀ ਤੇ ਉਹਦੇ ਕੋਲੇ ਸਿੱਧਾ ਜਾਂਦਾ ਸੀ। ਠੀਕ ਹੈ। ठीक है भी ਤਾਂ ਮੇਨ ਤੁਸੀਂ ਗੱਲ ਇਹ ਯਾਦ ਰੱਖਣੀ ਹੈ ਵੀ ਉਹਨਾਂ ਕੋਲੇ ਸਾਧਨ ਜ਼ਿਆਦੇ ਆ ਸੈਂਟਰ ਸਰਕਾਰ ਕੋਲੇ, ਤੇ ਸਟੇਟਾਂ ਕੋਲੇ ਸਾਧਨ ਘੱਟ ਆ। ਤੁਹਾਨੂੰ ਦੱਸਿਆ ਵੀ ਦੋ ਹੀ ਮੇਨ ਸਰੋਤ ਆ ਇਹਨਾਂ ਕੋਲੇ ਜਿਹੜੇ ਪੈਸਾ ਇਹਨਾਂ ਕੋਲੇ ਆ ਜਾਂਦਾ, ਕੀ ਹੈ? ਸ਼ਰਾਬ ਤੇ ਪੈਟਰੋਲ। ਤਾਂ ਹੀ ਪੈਟਰੋਲ ਨੂੰ GST ਸ਼ਾਮਲ ਨਹੀਂ ਕਰਦੇ ਪਏ। ਅਸਲ 'ਚ ਕਾਰਨ ਕੀ ਆ? ਸਟੇਟਾਂ ਉਹ ਪੈਡ ਆਉਂਦੀਆਂ ਪਈਆਂ, ਸਟੇਟਾਂ ਕਹਿੰਦੀਆਂ ਵੀ ਹਾਂ ਤੁਸੀਂ ਸਾਡੇ ਤੋਂ ਬਾਕੀ ਤਾਂ ਸਾਰਾ ਕੁਝ ਲੈ ਲਿਆ ਹੈ, ਤੇ ਹੁਣ हाँ ਇਹ भी ਦੋ ਹੀ ਚੀਜ਼ਾਂ ਤੋਂ ਸਾਨੂੰ ਪੈਸੇ ਆਉਂਦੇ ਆ। ਵੀ ਇਹ ਨਹੀਂ ਵੀ ਉਹ ਪੈਸੇ GST ਵਾਲੇ ਸਰਕਾਰ ਨੱਪ ਜੂਗੀ, ਸੈਂਟਰ ਸਰਕਾਰ ਨੱਪ ਨਹੀਂ ਸਕਦੀ, ਪਰ ਫਿਰ ਵੀ ਉਹ ਲੇਟ ਫੇਟ ਤਾਂ ਕਰ ਦਿੰਦੀ ਹੈ ਨਾ। ਜਿਵੇਂ ਹੁਣ ਕੈਪਟਨ ਕਹੀ ਜਾਂਦਾ ਵੀ ਸਾਡਾ 5000 ਰੁਪਇਆ ਪੰਜਾਬ ਦਾ GST ਅੜਿਆ ਖੜਾ, ਉਹ ਦੇ ਨਹੀਂ ਰਹੀ ਸਾਨੂੰ ਸੈਂਟਰ ਸਰਕਾਰ। ਵੀ ਹੁਣ ਪੈਸੇ ਉਹ ਕਿੱਥੇ? ਪੰਜਾਬ ਦੇ ਪੈਸੇ ਸੀ, ਉਹ ਸਿੱਧੇ ਪੰਜਾਬ ਦੀ ਸਰਕਾਰ ਕੋਲੇ ਆਉਣੇ ਸੀ, ਹੁਣ ਉਹ ਉਹਨਾਂ ਕੋਲੇ ਜਾਵੜੇ ਇੱਕ ਵਾਰੀ, ਹਨਾ। ਹੁਣ ਉਹਨਾਂ ਦੀਆਂ ਮਿਹਨਤਾਂ ਕੱਢੀ ਜਾਂਦੇ ਆ ਵੀ ਲਿਆਓ ਦਿਓ ਸਾਨੂੰ। ਜਿਵੇਂ ਦੋ ਬੰਦਿਆਂ ਨੇ ਇਕੱਠਾ ਕੰਮ ਸ਼ੁਰੂ ਕਰ ਲਿਆ ਹੋਵੇ ਤੇ हाँ भाई ਇੱਕ ਬੰਦੇ ਨੂੰ ਹੁਣ ਮੰਨ ਕੇ ਚੱਲੋ ਪਹਿਲਾਂ ਪੈਸੇ ਉਹ ਆਪਦੇ ਵੈਸੇ ਹੀ ਲਈ ਜਾਂਦੇ ਸੀ, ਯਾਰ ਤੁਸੀਂ ਬਾਅਦ ਦੇ ਥੋੜੇ ਟਾਈਮ ਨੂੰ ਡਿਸਾਈਡ ਕੀਤਾ ਯਾਰ ਵੀ ਤੂੰ ਹੀ ਫੜ ਲਿਆ ਕਰ ਪੈਸੇ, ਉਹਦੇ ਬਾਅਦ ਵੰਡ ਦਿਆ ਕਰ। ठीक है ਸਮਝ ਲੱਗੀ? ਹੁਣ ਜੇ ਉਹ ਇੱਕੋ ਬੰਦਾ ਹੀ ਫੜਨ ਲੱਗ ਪਿਆ ਪੈਸੇ, ਤੇ ਫਿਰ ਉਹ ਜਿਹੜਾ ਦੂਜਾ ਬੰਦਾ
ਹਨਾ, ਉਹਨੂੰ ਪੈਸੇ ਮੰਗਣੇ ਪੈਣਗੇ ਨਾ ਪਹਿਲੇ ਤੋਂ, ਵੀ ਹਾਂ ਯਾਰ ਤੇਰੇ ਕੋਲ ਹੀ ਆ ਸਾਰੇ ਪੈਸੇ, ਮੈਨੂੰ ਦੇ ਦੇ। ਤੇ ਉਹ ਮੰਗਣ ਵਾਲਾ, ਹੁਣ ਉਹ ਦੇਣ ਵਾਲਾ, ਉਹ ਆਪਣੇ ਤੈਨੂੰ ਪਤਾ ਹੀ ਹੈ ਵੀ ਆਪਣੇ ਘਰ 'ਚ ਤੁਸੀਂ ਚੰਗੀ ਤਰ੍ਹਾਂ ਮਾਹੌਲ ਸਮਝਦੇ ਆ ਵੀ ਉਹਦੀ ਮਰਜ਼ੀ ਤੇ ਹੋ ਜਾਂਦਾ ਬਾਅਦ 'ਚ। ਹੱਕ ਤੁਹਾਡਾ ਹੀ ਆ, ਠੀਕ। हाँ भाई। ਠੀਕ ਹੈ, ਪਰ ਹੁਣ समझ गए। ਜਦੋਂ ਦੇਣ ਵਾਲੇ ਦੇ ਹੱਥ 'ਚ ਆ ਗਈ, ਪੂੰਜੀ ਮੁਖਤਿਆਰੀ ਆ ਗਈ ਉਹਦੇ ਹੱਥ 'ਚ, ਫਿਰ ਉਹ ਆਪਦੇ ਆਪ ਨੂੰ ਤਾਂ ਨਾਲ ਦੀ ਨਾਲ ਹੀ ਕੱਢ ਕੇ ਫੜਾ ਦੂਗਾ। ਪਰ ਜਦੋਂ ਗੱਲ ਦੂਜੇ ਦੀ ਆਉਣੀ ਆ, ਉਦੋਂ ਕੱਲ ਨੂੰ ਮਿਲ ਜਾਣਗੇ ਜੀ, ਪਰਸੋਂ ਮਿਲ ਜਾਣਗੇ ਜੀ, ਕੋਈ ਨਾ ਦਿੰਨੇ ਆ ਜੀ, ਠੀਕ ਹੈ। ठीक है। ਉਹੀ ਚੀਜ਼ ਆ ਵੀ ਹੁਣ GST ਸੀ ਵੀ ਉਦੋਂ ਪਹਿਲਾਂ ਟੈਕਸ ਉਹਨਾਂ ਦਾ ਹੁੰਦਾ ਸੀ, ਪਰ ਇਹ ਤੇ ਜਸਟ ਇੱਕ ਉਦਾਹਰਨ ਦਿੱਤੀ ਹੈ। ਤੁਸੀਂ ਹੁਣ ਆਪਾਂ ਪੁਆਇੰਟ ਤੇ ਜਿਹੜੇ ਤੇ ਵਾਪਸ ਆਈਏ ਵੀ ਉਹਨਾਂ ਕੋਲੇ ਸਾਧਨ ਘੱਟ ਆ ਸਟੇਟਾਂ ਕੋਲੇ, ਤੇ ਸੈਂਟਰ ਕੋਲੇ ਸਾਧਨ ਕੀ ਆ, ਜ਼ਿਆਦੇ। ज़्यादा ਹੁਣ भाई। ਕੀ ਹੈ ਵੀ ਜਿਹੜੇ ਹੁਣ ਸਟੇਟ ਕੋਲੇ ਸਾਧਨ ਆ ਉਹ ਤਾਂ ਇਹਨਾਂ ਕੋਲੇ ਟੈਕਸ ਰਹਿ ਗਿਆ, ਕੁਛ ਕੁ ਜਿਹੜੇ ਸਾਧਨਾਂ ਦਾ ਟੈਕਸ ਆ ਸੈਂਟਰ ਸਰਕਾਰ ਕੋਲੇ ਉਹ ਵੀ ਉਹਨਾਂ ਦਾ ਇਕੱਲਿਆਂ ਦਾ ਹੁੰਦਾ, ਪਰ ਕੁਛ ਕੁ ਟੈਕਸ ਹੁੰਦੇ ਆ ਜਿਹੜੇ ਸੈਂਟਰ ਸਰਕਾਰ ਨੇ ਲਾਏ ਹੁੰਦੇ ਆ। ਮੇਰੀ ਗੱਲ ਧਿਆਨ ਨਾਲ ਸੁਣੋ, ਕੁਛ ਕੁ ਟੈਕਸ ਸੈਂਟਰ ਸਰਕਾਰ ਦੇ ਇਹ ਜਿਹੇ ਆ ਜਿਨ੍ਹਾਂ ਦਾ ਪੈਸਾ ਸਾਰੇ ਦਾ ਸਾਰਾ ਸੈਂਟਰ ਸਰਕਾਰ ਆਪਦੇ ਕੋਲ ਹੀ ਰੱਖੂਗੀ। ਗੱਲ ਸਮਝ ਲੱਗ ਗਈ? लग गई। ਕੁਛ ਕੁ ਟੈਕਸ ਸੈਂਟਰ ਸਰਕਾਰ ਦੇ ਇਹ ਜਿਹੇ ਆ ਜਿਨ੍ਹਾਂ ਦਾ ਪੈਸਾ ਵੰਡਣਾ ਹੁੰਦਾ, ਕਿਹਦੇ ਕਿਹਦੇ ਚ, ਸਟੇਟਾਂ ਦੇ ਵਿੱਚ ਤੇ ਸੈਂਟਰ ਦੇ ਵਿੱਚ, ਠੀਕ ਹੈ। ਹੁਣ ठीक है। ਜਿਹੜਾ ਉਹ ਪੈਸਾ ਵੰਡਣਾ ਸਟੇਟਾਂ ਦੇ ਵਿੱਚ ਤੇ ਸੈਂਟਰ ਦੇ ਵਿੱਚ, ਠੀਕ ਆ, ਉਹ ਕੌਣ ਦੱਸਦਾ ਵੀ ਕਿੰਨੇ ਪੈਸੇ ਸਟੇਟਾਂ ਨੂੰ ਦਿਓ ਤੇ ਕਿੰਨੇ ਪੈਸੇ ਤੁਸੀਂ ਆਪਦੇ ਕੋਲੇ ਰੱਖੋ? ਕੌਣ ਦੱਸਦਾ ਉਹਦੇ ਬਾਰੇ? ਫਾਈਨਾਂਸ ਕਮਿਸ਼ਨ ਦੱਸਦਾ। ਗੱਲ ਪੰਜਾਬੀ ਚ ਇੰਨੀ ਕੀ ठीक है। ਵੀ ਤੁਸੀਂ 40% ਪੈਸੇ ਸਟੇਟਾਂ ਨੂੰ ਦਿਓ ਜਾਂ 35% ਪੈਸੇ ਸਟੇਟਾਂ ਨੂੰ ਦਿਓ, ਕਾਹਦੇ ਚੋਂ? ਸੈਂਟਰ ਟੈਕਸ ਉਹ ਸੈਂਟਰ ਦਾ, ਠੀਕ ਹੈ, ਪਰ ਉਹ ਟੈਕਸ ਆ ਸੈਂਟਰ ਦਾ ਜਿਹਦੇ ਚੋਂ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨੇ ਸਟੇਟਾਂ ਨੂੰ ਵੰਡਣੇ ਹੀ ਵੰਡਣੇ ਹੁੰਦੇ ਪੈਸੇ। ठीक है। ਗੱਲ ਦਿਮਾਗ 'ਚ ਆ ਗਈ ਕਿ ਨਹੀਂ ਆਈ? ਜਿਹੜਾ आ गई GST ਵਾਲੀ ਮੈਂ मतलब वो ਤੁਹਾਨੂੰ जो ਉਦਾਹਰਨ ਦਿੱਤੀ ਹੈ ਨਾ, GST ਵਾਲਾ ਤਾਂ ਟੈਕਸ ਸੀ ਇਹਨਾਂ ਦਾ ਨਾ, ਉਹ ਤਾਂ ਗੱਲ ਹੀ ਹੋਰ ਆ, ठीक है। ਉਹ ਤਾਂ ਇਹਨਾਂ ਦਾ ਹੱਕ ਸੀ। ਉਹ ਵੀ ਹੈ ਇਹਨਾਂ ਦਾ ਹੱਕ ਹੀ ਹੈ, ਪਰ ਉਹਦੇ 'ਚ ਇਹ ਹੈ ਵੀ ਉਹ ਸੈਂਟਰ ਦੇ ਟੈਕਸ ਤੋਂ ਹੀ ਉਹਨਾਂ ਨੇ ਪੈਸੇ ਆਪਦੇ 'ਚ ਹੀ ਦੇਣੇ ਹੁੰਦੇ, ਇਕੱਠਾ ਸੈਂਟਰ ਨੇ ਕਰਨਾ ਸੀ ਉਹ, ਉਦੋਂ ਬਾਅਦ ਦੇ ਵਿੱਚ ਪੈਸੇ ਸਟੇਟਾਂ ਨੂੰ ਦੇਣੇ ਆ। ਤੇ ਕਿੰਨੇ ਪੈਸੇ ਦੇਣੇ ਆ ਸਟੇਟਾਂ ਵਾਸਤੇ, ਸਟੇਟਾਂ ਨੂੰ ਵੰਡਣੇ ਆ, ਹਨਾ, ਉਹ ਕੌਣ ਦੱਸੂਗਾ? ਫਾਈਨਾਂਸ ਕਮਿਸ਼ਨ। ਹੁਣ ਤੁਹਾਨੂੰ ਲਾਈਨ ਸਾਰੀ ਸਮਝ ਲੱਗੂ, ਪੜ੍ਹ ਕੇ ਵੇਖੋ। ਹੀ ਕਨਸਟੀਟਿਊਟ ਮਤਲਬ ਹੁੰਦਾ ਬਣਾਉਣਾ। ਹੀ ਕਨਸਟੀਟਿਊਟ ਆ ਫਾਈਨਾਂਸ ਕਮਿਸ਼ਨ ਕਿੰਨੇ ਸਾਲਾਂ ਬਾਅਦ? ਆਫਟਰ ਐਵਰੀ 5 ਈਅਰ। ਕਾਦੇ ਵਾਸਤੇ? ਟੂ ਰੀਕਮੈਂਡ ਕਰਨਾ ਹੁੰਦਾ ਵੀ ਕਹਿਣਾ, ਹਨਾ, कहना। ਵੀ ਇੰਨਾ ਕਰੋ। ਟੂ ਰੀਕਮੈਂਡ ਦਾ ਡਿਸਟ੍ਰੀਬਿਊਸ਼ਨ ਆਫ ਰੈਵਨਿਊ ਹੁੰਦੇ ਆ ਟੈਕਸ ਹੀ ਜਾਂ ਪੈਸੇ, ਠੀਕ ਹੈ, ਰੈਵਨਿਊਜ਼ ਬਿਟਵੀਨ ਦਾ ਸੈਂਟਰ ਐਂਡ ਦਾ ਸਟੇਟ, ਵੀ ਉਹਨੂੰ ਵੰਡਣਾ, ਡਿਸਟ੍ਰੀਬਿਊਟ ਕਰਨਾ, ਹਨਾ, ਵੰਡਣਾ ਕਾਸ ਨੂੰ, ਪੈਸਿਆਂ ਨੂੰ, ਸੈਂਟਰ ਤੇ ਹੋਰ ਕਾਦੇ ਚ, स्टेट। ਸਟੇਟ स्टेट। ਦੇ ਵਿੱਚ ਕਿੰਨਾ ਕਿੰਨਾ ਵੰਡਿਆ ਜਾਊਗਾ। ਵੀ ਉਹ ਚੀਜ਼ ਤੀਜਾ ਬੰਦਾ ਦੱਸੋ ਤੁਹਾਨੂੰ ਯਾਰ, ਜੇ ਮੰਨ ਕੇ ਤੁਹਾਡੇ ਘਰੇ ਆ ਕੇ ਸਰਪੰਚ ਦੱਸੂਗਾ ਤੁਹਾਨੂੰ, ਹਨਾ, ਵੀ ਕਿੰਨੇ ਪੈਸੇ ਵੀ ਤੂੰ ਰੱਖ हाँ ਲਾ भाई। ਬਲਦੇ, ਵੀ ਕਿਉਂਕਿ ਤੁਹਾਡਾ ਰੌਲਾ ਰਹਿੰਦਾ ਅਸਲ 'ਚ। ਤੁਹਾਡਾ ਕੀ ਰਹਿੰਦਾ? रोड़ा भाई। ਜਿਵੇਂ ਹੁਣ ਮੰਨ ਕੇ ਚਲੋ ਦੋ ਭਰਾ, ਜਿੰਨਾ ਟਾਈਮ ਤਾਂ ਵਧੀਆ ਸੀ, ਠੀਕ ਸੀ। ਹੁਣ ਜਦੋਂ ਤੁਸੀਂ ਦੋਵਾਂ 'ਚ ਤੁਹਾਡੇ 'ਚ ਲੜਾਈ ਹੋਣ ਲੱਗ ਪਈ, ਠੀਕ ਹੈ, ਤੁਸੀਂ ਤੀਜੇ ਬੰਦੇ ਨੂੰ ਕਹਿ ਦੋਗੇ ਯਾਰ ਸਾਡਾ ਤਾਂ ਭਰਾਵਾ ਠੇਕੇ ਠੁਕੇ ਦਾ ਤੂੰ ਹੀ ਕਰਾ ਜਾ ਕਰ, ਤੂੰ ਦੱਸ ਦਿਆ ਕਰ ਕਿੰਨਾ ਠੇਕਾ ਮੈਨੂੰ ਮਿਲਣਾ ਚਾਹੀਦਾ ਤੇ ਕਿੰਨਾ ਇਹਨੇ ਦੇਣਾ, ਠੀਕ ਹੈ। ਸੋ ਉਹ ਚੀਜ਼ ਆ ठीक है। ਫਾਈਨਾਂਸ ਕਮਿਸ਼ਨ ਦੀ, ਵੀ ਉਹ ਫਾਈਨਾਂਸ ਕਮਿਸ਼ਨ ਆਏ ਸਾਲ ਦੱਸ ਦਿੰਦਾ ਵੀ ਨਹੀਂ ਸਟੇਟਾਂ ਨੇ ਤੇ ਸੈਂਟਰ ਨੇ ਲੜੀ ਜਾਣੇ, ਸਟੇਟਾਂ ਨੇ ਕਹਿਣਾ ਸਾਡੇ ਇੰਨੇ ਪੈਸੇ ਬਣਦੇ ਆ ਇਹਦੇ ਚੋਂ, ਉਹਨੇ ਕਹਿਣਾ ਸੀਗਾ ਨਹੀਂ ਤੁਹਾਡੇ ਇੰਨੇ ਹੀ ਬਣਦੇ ਆ, ਹਨਾ, ਤੇ ਉਹ ਫਾਈਨਾਂਸ हाँ ਕਮਿਸ਼ਨ भाई। ਦੱਸ ਦਿੰਦਾ ਵੀ ਹਾਂ ਭਾਈ ਨਹੀਂ, ਵੀ ਇੰਨੇ ਪੈਸੇ ਤੁਸੀਂ ਇਹਨਾਂ ਨੂੰ ਦੇ ਦਿਓ। ਆਈ ਥਿੰਕ ठीक। ਕਲੀਅਰ हाँ भाई। ਕਿ ਨਹੀਂ हाँ ਹੈ? हो गया भी। ਠੀਕ ਹੈ। ये ਸੋ फाइनेंस कमीशन ही ਆਪਣੀਆਂ था ਫਾਈਨੈਂਸ਼ੀਅਲ सारा कुछ। ਪਾਵਰ, ਬਸ ਹਾਂ, ਆਪਣੀਆਂ ਫਾਈਨੈਂਸ਼ੀਅਲ ਪਾਵਰਸ ਕੰਪਲੀਟ ਹੋ ਗਈਆਂ। ਫਾਈਨੈਂਸ਼ੀਅਲ ਪਾਵਰ ਦੇ ਵਿੱਚ ਪਹਿਲਾ ਪੁਆਇੰਟ ਆਪਾਂ ਪੜਿਆ ਸੀਗਾ, ਜੇ ਯਾਦ ਹੋਵੇ, ਪ੍ਰਾਇਰ ਕੰਸੈਂਟ ਟੂ ਮਨੀ ਬਿੱਲ। ਦੂਜਾ ਪੁਆਇੰਟ ਪੜਿਆ ਸੀ ਵੀ ਬਾਈਟ ਨੂੰ, ਇੱਕ ਮਿੰਟ ਮੈਂ ਤੁਹਾਨੂੰ ਲਿਖਾ ਦਿੰਦਾ, ਫਾਈਨੈਂਸ਼ੀਅਲ ਪਾਵਰ ਆਫ ਪ੍ਰੈਜ਼ੀਡੈਂਟ, ਠੀਕ ਹੈ। ਪਹਿਲਾਂ ਕੀ ਸੀ? हाँ भाई। ਪ੍ਰਾਇਰ
prior consent to money bill। ठीक है, दूजा पॉइंट की सीगा, दूजा सीगा causes causes ਦਾ budget। ਬਾਈਟ ਨੂੰ ਆਪਾਂ ਕੀ ਕਰਨਾ, to be laid before ਕਿਹਦੇ ਸਾਹਮਣੇ ਰੱਖਣਾ, ਪਾਰਲੀਮੈਂਟ। ਨਹੀਂ ਸਰਕਾਰ ਨੇ ਨਹੀਂ ਰੱਖਣਾ ਸੀਗਾ, ਸਰਕਾਰ ਨੂੰ ਕੀ ਆਪਾਂ ਐਵੇਂ ਭੱਜੀ ਫਿਰਨਾ ਹੀ, ਉਹਨਾਂ ਨੇ ਕਹਿ ਦੇਣੇ ਆਪਣੇ ਕੋਲ ਪੈਸੇ ਹੈਗੇ ਅਸੀਂ ਕਰ ਲਾਂਗੇ ਆਪਦਾ ਬੰਦੋਬਸਤ, ਉਹ ਕਾਰਨ ਬਣਦਾ। ਤੀਜਾ ਪੁਆਇੰਟ ਕੀ ਪੜਿਆ ਸੀ ਆਪਾਂ, ਦੱਸੋ। ਕਨਸਟੀਟਿਊਟ ਫਾਈਨਾਂਸ ਕਮਿਸ਼ਨ। आफ्टर एवरी 5 ईयर, हरेक 5 साल बाद बनने बनना। ठीक है, ਇਹਦਾ ਕੰਮ ਤੁਹਾਨੂੰ ਪਤਾ ਹੀ ਹੈ ਕਾਦੇ ਵਾਸਤੇ ਬਣਦਾ ਇਹ, ਟੂ ਡਿਵਾਈਡ ਦਾ ਜਾਂ ਟੂ ਡਿਸਟ੍ਰੀਬਿਊਟ ਦਾ ਰੈਵਨਿਊ। ਟੈਕਸ ਦੇ ਲਈ ਦੂਜਾ ਵਰਡ ਕਿਹੜਾ ਯੂਜ਼ ਕਰਦੇ ਆਪਾਂ, ਰੈਵਨਿਊ। ਪੈਸੇ ਹੀ ਹੁੰਦੇ, ਰੈਵਨਿਊ ਜਿਹੜਾ ਤੁਹਾਨੂੰ ਪੈਸੇ ਆਉਂਦੇ ਆ, ਟੈਕਸ ਆਉਂਦੇ ਆ, ਉਹਨੂੰ ਕਹਿੰਦੇ ਆ। ਟੂ ਡਿਸਟ੍ਰੀਬਿਊਟ ਦਾ ਟੈਕਸਸ ਬਿਟਵੀਨ ਸਟੇਟਸ ਐਂਡ फेडरल स्टेट। ठीक है, ओके होगी, समझ लगी। हाँ भी। वही 3 पॉइंट मेन है। कॉन्टीजेंसी फंड वाला भी तुसी नाल लिख सकते हैं। ठीक है, एडवांस कॉन्टीजेंसी फंड बनाने दी वो वैसे एडा आउंदा नहीं, वो आ 3 ही पॉइंट मेन रखे हो जी, क्योंकि इन्होंने कॉन्टीजेंसी वाला थोड़ा गलती लिखा हुआ है। समझ लग गई हुण। अगे आप चल गए जुडिशियल पावर्स ते। हां बई देखो एग्जैक्टिव पावर दे विच की सीगा, एग्जैक्टिव पावर दे विच सी जिहड़े उहने इंप्लीमेंट काम करने उहनां नाल संबंधित सी है ना, ਵੀ ਜਿਵੇਂ ਸਾਰਿਆਂ ਦੀ ਅਪਾਇੰਟਮੈਂਟ ਕਰ ਸਕਦਾ, ਉਹ ਕਿੰਨੇ ਤਰ੍ਹਾਂ ਦੇ ਬੰਦਿਆਂ ਦੀ ਆਪਾਂ ਪੜ੍ਹਿਆ ਸੀਗਾ ਵੀ ਪ੍ਰਧਾਨ ਮੰਤਰੀ ਐਂਡ ਕਾਉਂਸਲ ਆਫ ਮਿਨਿਸਟਰਸ ਹੈ। ਫਿਰ ਅਪਾਇੰਟਮੈਂਟ ਕਿਹਦੀ ਕਰਦਾ ਸੀ ਉਹ, ਅਟਾਰਨੀ ਜਨਰਲ ਦੀ। ਹੋਰ ਕਿਹਦੀ ਕਰਦਾ ਸੀਗਾ, यूपीएससी ਦੇ ਚੇਅਰਮੈਨ ਦੀ ਹੈ ਨਾ। ਫਿਰ ਇਲੈਕਸ਼ਨ ਕਮਿਸ਼ਨ ਦੀ, ਸੁਪਰੀਮ ਕੋਰਟ ਦੇ ਜੱਜਾਂ ਦੀ, ਹਾਈ ਕੋਰਟ ਦੇ ਜੱਜਾਂ ਦੀ ਹੈ ਨਾ। ਹੁਣ ਇਹ ਚੀਜ਼ ਯਾਦ ਰੱਖਣੀ ਹੈ, ਹਾਈ ਕੋਰਟ ਦੇ ਜੱਜਾਂ ਨੂੰ ਕੌਣ ਕੌਣ ਅਪਾਇੰਟ ਕਰਦਾ, ਪ੍ਰੈਜ਼ੀਡੈਂਟ ਕਰਦਾ, ਨਾ ਕਿ ਗਵਰਨਰ। ठीक है, ठीक है, ਉਹ ਚੀਜ਼ ਆਪਾਂ ਪੜ੍ਹੀ ਸੀ ਵੀ ਉਹ ਜਿਹੀਆਂ ਪਾਵਰਸ ਪੜ੍ਹੀਆਂ ਸੀ। ਲੈਜਿਸਲੇਟਰ ਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਉਹ ਕਾਨੂੰਨ ਬਣਾ ਸਕਦੇ ਆ ਹਨਾ। ਵੀ ਪ੍ਰੈਜ਼ੀਡੈਂਟ ਕੋਲੇ ਲੈਜਿਸਲੇਟਿਵ ਪਾਵਰ ਦੇ ਵਿੱਚ ਕੀ ਕੁਛ ਆ, ਕਾਨੂੰਨ ਬਣਾਉਣ ਨਾਲ ਸੰਬੰਧਿਤ ਪਾਵਰਾਂ ਕਿਹੜੀਆਂ ਸੀ। ਆਪਾਂ ਆਰਡੀਨੈਂਸ ਪੜ੍ਹਿਆ ਸੀ, ਆਪਾਂ ਪੜ੍ਹਿਆ ਸੀ ਵੀ ਜਿਵੇਂ ਹੁਣ ਮਨੀ ਬਿੱਲ ਆ ਤੇ ਸਟੇਟ ਰੀਆਰਗਨਾਈਜੇਸ਼ਨ ਬਿੱਲ ਆ, ਉਹਨੂੰ ਪੇਸ਼ ਕਰਨ ਵਾਸਤੇ ਵੀ ਉਦੋਂ ਪਹਿਲਾਂ ਕਿਹਦੀ ਮਨਜ਼ੂਰੀ ਲੈਣੀ ਪਊਗੀ ਆਪਾਂ ਨੂੰ, ਸਿਰਫ ਪੇਸ਼ ਕਰਨ ਵਾਸਤੇ किहदी मंजूरी लैनी पऊ आपां नूं, प्रेजिडेंट दी पहला। समझ लगी ना, आई जांदी दिमाग च। हां बई प्रायर कंसेंट वर्ड यूज रखना, याद रखना है। ठीक है, प्रायर कंसेंट फार किहड़े बिल्लां वास्ते चाहीदी सी, मनी बिल ते स्टेट रीआर्गनाइजेशन बिल वास्ते है ना। वो सीगा वो लैजिसलेटिव पावर्स दा पार्ट सीगा वो चीज़ां। फिर उस तो बाद फाइनैंशियल पावर ਦੇ ਵਿੱਚ ਕੀ ਸੀਗਾ ਵੀ ਹਾਂ ਵੀ ਉਹ ਆਪਾਂ 3 ਪੁਆਇੰਟ ਆਪਾਂ ਜਿਹੜੇ ਹੁਣੇ ਪੜ੍ਹ ਕੇ ਹਟੇ ਆ, ਉਹ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ। ਹੁਣ ਆਪਾਂ ਗੱਲ ਕਰਾਂਗੇ ਜੁਡੀਸ਼ੀਅਲ ਪਾਵਰ। ਜੁਡੀਸ਼ੀਅਲ ਪਾਵਰ ਦੇ ਵਿੱਚ ਕੀ ਆ ਗਿਆ, ਸਾਰਿਆਂ ਤੋਂ ਪਹਿਲਾਂ ਕੀ ਆ, ਹੀ ਅਪਾਇੰਟਸ ਦਾ ਚੀਫ ਜਸਟਿਸ ਐਂਡ ਜੱਜਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ। ਗੱਲ ਸਮਝ ਲੱਗ ਗਈ ਬਈ, ਉਹ ਅਪਾਇੰਟ ਕਰਦਾ, ਵੇਖੋ ਪਹਿਲਾਂ ਉਹ ਅਪਾਇੰਟ ਕਰਦਾ ਜੱਜਾਂ ਨੂੰ ਇੱਕ ਹਿਸਾਬ ਦੇ। ਤੁਸੀਂ ਇਹ ਯਾਦ ਰੱਖੋ ਵੀ ਉਹ ਹਾਈ ਕੋਰਟ ਦੇ ਜੱਜਾਂ ਨੂੰ ਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੂੰ ਕੌਣ ਅਪਾਇੰਟ ਕਰਦਾ, ਰਾਸ਼ਟਰਪਤੀ। ਹੁਣ ਅਸਲ 'ਚ ਕੀ ਹੁੰਦਾ ਵੀ ਜਿਹੜਾ ਹੁਣ ਜੱਜ ਹੁੰਦੇ ਆ, ਮੰਨ ਕੇ ਚਲੋ ਤੁਹਾਨੂੰ ਦੱਸਿਆ ਤੁਸੀਂ ਉਦੋਂ ਨਾ ਵੀ 30 ਤੋਂ ਜ਼ਿਆਦਾ ਜੱਜ ਆ, ਅੱਜ 34 ਜੱਜ ਆ ਸੁਪਰੀਮ ਕੋਰਟ ਦੇ ਟੋਟਲ। ਠੀਕ ਹੈ, ਉਹਨਾਂ 34 'ਚ ਇੱਕ ਜੱਜ ਆ ਜਿਹੜਾ
ਉਹ ਚੀਫ ਜਸਟਿਸ ਇੱਕ ਹੀ ਬਣੂਗਾ, ਮੁਖੀ ਤਾਂ ਮੁੱਖ ਜੱਜ ਤਾਂ ਇੱਕ ਹੀ ਬਣੂ ਨਾ। ਉਹ ਜਿਹੜਾ ਮੁੱਖ ਹਾਂ ਬਈ। ਜੱਜ ਆ ਹਨਾ, ਉਹਨੂੰ ਵੀ ਅਪਾਇੰਟ ਕੌਣ ਕਰੂਗਾ? ਰਾਸ਼ਟਰਪਤੀ। ਅਸਲ 'ਚ ਮੈਂ ਤੁਹਾਨੂੰ ਦੱਸਿਆ ਸੀ ਮੁੱਖ ਜੱਜ ਕਿਹੜਾ ਬਣਦਾ ਹੁੰਦਾ, ਵੀ ਜਿਹੜਾ ਸਾਰਿਆਂ ਤੋਂ ਜ਼ਿਆਦਾ ਸੀਨੀਅਰ ਹੋਵੇ, ਉਸੇ ਬੰਦੇ ਨੂੰ ਹੀ ਮੁੱਖ ਜੱਜ ਬਣਾ ਦਿੰਦੇ ਆ। ਚੀਫ ਜਸਟਿਸ ਆਫ ਇੰਡੀਆ। ਹਾਂ, ਚੀਫ ਜਸਟਿਸ ਆਫ ਸੁਪਰੀਮ ਕੋਰਟ ਉਸੇ ਨੂੰ ਹੀ ਠੀਕ ਕਹਿੰਦੇ ਆ ਆਪਾਂ, ਚੀਫ ਜਸਟਿਸ ਆਫ ਇੰਡੀਆ ਨਾ। ਵੀ ਜਸਟਿਸ ਦੇ ਵਿੱਚ ਤਾਂ ਟੌਪ ਤੇ ਹੀ ਹੈ ਨਾ, ਸੁਪਰੀਮ ਕੋਰਟ ਤੋਂ ਵੱਡੀ ਤਾਂ ਨਹੀਂ ਹਾਈ ਕੋਰਟ, ਸਾਰਿਆਂ ਤੋਂ ਉੱਪਰ ਕੀ ਹੈ? ਸੁਪਰੀਮ ਕੋਰਟ। ਤੇ ਸੁਪਰੀਮ ਕੋਰਟ ਦਾ ਵੀ ਜਿਹੜਾ ਮੁੱਖ ਜੱਜ ਹੈ, ਤੇ ਚੀਫ ਜਸਟਿਸ ਆਫ ਇੰਡੀਆ ਹੀ ਹੈ ਫਿਰ ਇੱਕ ਹਿਸਾਬ ਦਾ। ਹਾਂ ਚੀਫ ਜਸਟਿਸ ਆਫ ਹਾਈ ਕੋਰਟ ਚੀਫ ਜਸਟਿਸ ਆਫ ਇੰਡੀਆ ਹੋ ਸਕਦਾ? ਸੋਚ ਕੇ ਵੇਖੋ ਵੀ ਚੀਫ ਜਸਟਿਸ ਆਫ ਹਾਈ ਕੋਰਟ ਕਿਵੇਂ ਉਹ ਬਣੂਗਾ? ਨਹੀਂ ਹੋ ਕਿਉਂਕਿ ਸਕਦਾ। ਹਾਈ ਕੋਰਟ ਦੇ ਉੱਪਰ ਕੀ ਹੈ? ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚ ਹੀ ਤਾਂ ਹਾਂ। ਜੱਜ ਬੈਠੇ ਆ ਨਾ। ਜੇ ਉਹ ਚੀਫ ਜਸਟਿਸ ਹਾਈ ਕੋਰਟ ਦਾ ਬਣ ਗਿਆ ਤੇ ਪਰ ਉਹਦੇ ਉੱਤੇ ਸੁਪਰੀਮ ਕੋਰਟ ਵੀ ਬੈਠੀ ਹੈ, ਪਰ ਸੁਪਰੀਮ ਕੋਰਟ ਦੇ ਉੱਤੇ ਕੀ ਹੈ? ਕੁਝ ਵੀ ਨਹੀਂ। ਜੇ ਤੁਸੀਂ ਉਹਦੇ ਮੁੱਖ ਜੱਜ ਬਣ ਗਏ ਇੱਕ ਹਿਸਾਬ ਦੇ, ਇੰਡੀਆ ਦੇ ਹੀ ਤੁਸੀਂ ਚੀਫ ਜਸਟਿਸ ਬਣ ਗਏ। ਮੁੱਖ ਜੱਜ। ਸੋ ਹੁਣ ਉਹ ਕਹਿਣ ਦਾ ਮਤਲਬ ਉਹਨਾਂ ਸੁਪਰੀਮ ਕੋਰਟ ਦੇ ਉਹਨਾਂ ਜੱਜਾਂ ਦੇ ਵਿੱਚੋਂ ਜਿਹੜੇ ਉਹਨੇ ਆਪ ਹੀ ਅਪਾਇੰਟ ਪਹਿਲਾਂ ਕੀਤੇ ਹੁੰਦੇ ਆ, ਉਹਨਾਂ 'ਚ ਜਿਹੜਾ ਸਾਰਿਆਂ ਤੋਂ ਜ਼ਿਆਦਾ ਸੀਨੀਅਰ ਹੁੰਦਾ ਉਹਨੂੰ ਕੀ ਬਣਾ ਦਿੱਤਾ? ਚੀਫ ਜਸਟਿਸ ਬਣਾ ਦਿੱਤਾ। ਠੀਕ ਹੈ, ਪਹਿਲੀ ਠੀਕ ਹੈ। ਪਾਵਰ ਹੋ ਗਈ। ਇਹ ਜੁਡੀਸ਼ੀਅਲ ਪਾਵਰ ਹੀ ਹੈ ਨਾ ਇੱਕ ਹਿਸਾਬ ਦੀ, ਵੀ ਹਾਂ ਹੁਣ ਉਹਨਾਂ ਨੂੰ ਜੱਜਾਂ ਨੂੰ ਵੀ ਇਹ ਲਾਈ ਜਾਂਦਾ ਪ੍ਰੈਜ਼ੀਡੈਂਟ। ਵੈਸੇ ਤਾਂ ਹੁਣ ਵੇਖੀਏ ਤਾਂ ਤਿੰਨ ਚੀਜ਼ਾਂ ਅੱਡ ਅੱਡ ਆਪਣੀਆਂ ਸਰਕਾਰ ਦੀਆਂ। ਮੈਂ ਤੁਹਾਨੂੰ ਕਿਹਾ ਵੀ ਕਿਸੇ ਵੀ ਸਰਕਾਰ ਦੇ ਤਿੰਨ ਪਾਰਟ ਹੁੰਦੇ ਆ, ਐਗਜ਼ੈਕਟਿਵ, ਲੈਜਿਸਲੇਟਿਵ ਤੇ ਜੁਡੀਸ਼ਰੀ। ਹੁਣ ਦੱਸਿਆ ਸੀ ਨਾ ਵੀ ਜੁਡੀਸ਼ਰੀ ਦਾ ਕੀ ਹਾਂ ਕੰਮ ਹੁੰਦਾ, ਵੀ ਜੇ ਕਿਸੇ ਐਗਜ਼ੈਕਟਿਵ ਨੇ ਕਿਸੇ ਬੰਦੇ ਨਾਲ ਧੱਕਾ ਕਰਤਾ, ਕਾਨੂੰਨ ਦੇ ਅਨੁਸਾਰ ਨਾਲ ਉਹਨੇ ਕੰਮ ਨਹੀਂ ਕੀਤਾ, ਕਾਨੂੰਨ ਲੈਜਿਸਲੇਚਰ ਨੇ ਬਣਾਏ ਸੀ, ਕਾਨੂੰਨ ਦੇ ਵਿੱਚ ਇਹ ਲਿਖਿਆ ਸੀ ਵੀ 21 ਸਾਲਾਂ ਆਰਟੀਕਲ 21A ਦੇ ਵਿੱਚ ਵੀ ਹਾਂ ਵੀ ਜਿਹੜੇ 6 ਤੋਂ 14 ਸਾਲ ਦੇ ਜਵਾਕ ਆ ਉਹਨਾਂ ਲਈ ਫ੍ਰੀ ਐਜੂਕੇਸ਼ਨ ਜ਼ਰੂਰੀ ਆ। ਕਾਨੂੰਨ ਇਹ ਬਣਿਆ ਹੋਇਆ, ਪਰ ਕੱਲ ਨੂੰ ਸਰਕਾਰ ਆਪਦੀ ਮਰਜ਼ੀ ਨਾਲ ਹੀ ਕਹਿੰਦੀ ਵੀ ਨਹੀਂ ਅਸੀਂ ਤਾਂ ਪ੍ਰਾਇਮਰੀ ਸਕੂਲਾਂ 'ਚ ਫੀਸ ਲਾਵਾਂਗੇ, ਹਨਾ। ਤੇ ਹੁਣ ਕੀ ਹੈ ਹਾਂ ਬਈ। ਬਈ ਜਿਹੜੇ ਬੰਦੇ ਨਾਲ ਹੁਣ ਧੱਕਾ ਹੋਈ ਜਾਂਦਾ, ਬੱਚਿਆਂ ਦੇ ਮਾਪੇ ਕਿੱਥੇ ਜਾ ਵੜਨਗੇ? ਸੁਪਰੀਮ ਕੋਰਟ ਜਾਣਗੇ, ਕੋਰਟ ਹੀ ਜਾਣਗੇ ਨਾ। ਉਹ ਕਹਿਣਗੇ ਵੇਖੋ ਜੀ ਕਾਨੂੰਨ ਤਾਂ ਆ, ਤੇ ਇਹ ਸਰਕਾਰ ਕਿਵੇਂ ਆਪਦੇ ਹਿਸਾਬ ਨਾਲ ਹੀ ਚੱਲੀ ਜਾਂਦੀ ਹੈ, ਇਹਨਾਂ ਨੂੰ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਸੀ, ਹਨਾ। ਹਾਂ ਬਈ। ਇਹਦੇ ਕੋਲੇ ਜਾਣਗੇ, ਸੁਪਰੀਮ ਕੋਰਟ ਕੋਲੇ। ਹੁਣ ਜੇ ਵੇਖੀਏ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਕੌਣ ਲਾ ਰਿਹਾ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ। ਤੇ ਪ੍ਰੈਜ਼ੀਡੈਂਟ ਪਾਰਟ ਕਾਹਦਾ? ਲੈਜਿਸਲੇਟਿਵ ਦਾ। ਐਗਜ਼ੈਕਟਿਵ ਦਾ। ਪ੍ਰੈਜ਼ੀਡੈਂਟ ਲੈਜਿਸਲੇਟਿਵ ਦਾ ਪਾਰਟ ਕਦੋਂ ਹੋ ਗਿਆ? ਹਾਂ, ਲੈਜਿਸਲੇਟਿਵ ਦੇ ਵਿੱਚ ਵੀ ਸਾਈਨ ਕਰਦਾ, ਠੀਕ ਆ, ਆਪਾਂ ਕਹਿ ਸਕਦੇ ਹਾਂ, ਪਰ ਮੇਨ ਇਹ ਪਾਰਟ ਕੀ ਹੈ? ਐਗਜ਼ੈਕਟਿਵ ਦਾ ਹੁੰਦਾ। ਠੀਕ ਆ, ਐਗਜ਼ੈਕਟਿਵ ਦਾ ਹੈਡ ਹੁੰਦਾ ਇਹ। ਸੋ ਇੱਕ ਹਿਸਾਬ ਦਾ ਫਿਰ ਉਸ ਹਿਸਾਬ ਨਾਲ ਤਾਂ ਵੇਖੀਏ ਜੁਡੀਸ਼ਰੀ ਦਾ ਵੀ ਹੈਡ ਜਿਹਾ ਹੀ ਬਣ ਗਿਆ ਨਾ। ਜੁਡੀਸ਼ਰੀ ਦਾ ਜਿਹੜਾ ਸਾਰਿਆਂ ਤੋਂ ਤਗੜੀ ਪੋਜੀਸ਼ਨ ਆ, ਹਨਾ, ਉਹ ਕਿਹਨੇ ਲਾਇਆ? ਉਹ ਪ੍ਰੈਜ਼ੀਡੈਂਟ ਨੇ ਅਪਾਇੰਟ ਕੀਤਾ। ਠੀਕ ਹੈ, ਸੋ ਇਹ ਕਹਾਣੀ ਸਿਰਫ ਤੁਹਾਨੂੰ ਯਾਦ ਰੱਖਣ ਨੂੰ ਸੁਣਾਈ ਹੈ। ਤੁਸੀਂ ਬਸ ਗੱਲ ਸਿਰਫ ਇਹ ਯਾਦ ਰੱਖਣੀ ਹੈ ਵੀ ਹਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ, ਹਾਈ ਕੋਰਟ ਦੇ ਜੱਜਾਂ ਨੂੰ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਕੌਣ ਨਿਯੁਕਤ ਕਰਦਾ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ। ਹਾਈ ਕੋਰਟ ਦੇ ਮੁੱਖ ਜੱਜ ਨੂੰ ਵੀ ਕੌਣ ਕਰੂਗਾ? ਪ੍ਰੈਜ਼ੀਡੈਂਟ ਕਰੂਗਾ। ਫਿਰ ਅੱਗੇ ਕੀ ਹੈ? ਅੱਗੇ ਹੀ ਕੈਨ ਸੀਕ ਐਡਵਾਈਸ ਫਰੋਮ ਦਾ ਸੁਪਰੀਮ ਕੋਰਟ। ਉਹ ਕੀ ਹੈ? ਸੀਕ ਹੁੰਦਾ ਮੰਗਣਾ, ਐਡਵਾਈਸ ਕੀ ਹੁੰਦੀ ਹੈ? ਸਲਾਹ। ਇਹਦੇ ਕੋਲੋਂ ਸਲਾਹ ਮੰਗ ਸਕਦਾ ਉਹ ਸੁਪਰੀਮ ਕੋਰਟ ਕੋਲੋਂ, ਸੁਪਰੀਮ ਕੋਰਟ ਦੇ ਜੱਜਾਂ ਔਨ ਐਨੀ ਕੁਐਸਚਨ ਆਫ ਲਾ ਔਰ ਫੈਕਟ। ਠੀਕ ਹੈ, ਵੀ ਜੇ ਉਹਨੂੰ ਕੋਈ ਲੱਗਦਾ ਵੀ ਕੋਈ ਉਹਨੂੰ ਸਮਝ ਨਹੀਂ ਆਉਂਦੀ ਕਿਸੇ ਚੀਜ਼ ਦੀ, ਵੀ ਜਿਵੇਂ ਆਪਾਂ ਕਹਿ ਦਈਏ ਕੋਈ ਲੀਗਲ ਮੈਟਰ ਆਪਾਂ ਵਕੀਲ ਦੀ ਸਲਾਹ ਲੈ ਲਈਏ, ਤੇ ਪਰ ਉਹ ਤਾਂ ਉਹ ਪ੍ਰੈਜ਼ੀਡੈਂਟ ਆ, ਹੁਣ ਉਹ ਆਮ ਵਕੀਲ ਦੀ ਸਲਾਹ ਕਿਉਂ ਲਊਗਾ? ਉਹ ਤਾਂ ਸਿੱਧੀ ਸੁਪਰੀਮ ਕੋਰਟ ਦੀ ਸਲਾਹ ਵੀ ਲੈ ਸਕਦਾ। ਉਹ ਇੱਕ ਤਾਂ ਸੁਪਰੀਮ ਕੋਰਟ ਫੈਸਲੇ ਕਰਦੀ ਹੈ, ਹਨਾ। ਸਲਾਹ ਆਪਾਂ ਸਲਾਹ ਕੰਮ ਕਰਨ ਦੀ ਕਦੋਂ ਲੈਂਦੇ ਹੁੰਦੇ? ਕੰਮ ਕਰਨ ਤੋਂ ਬਾਅਦ ਕਿ ਪਹਿਲਾਂ? ਪਹਿਲਾਂ। ਠੀਕ ਹੈ, ਸੋ ਗੱਲ ਇਹ ਸਮਝਣ ਦੀ ਕੋਸ਼ਿਸ਼ ਕਰੋ ਵੀ ਇੱਕ ਤਾਂ ਚੀਜ਼ ਹੋ ਗਈ, ਉਦੋਂ ਬਾਅਦ ਚ ਤਾਂ ਜਿਹੜੇ ਬੰਦੇ ਨਾਲ ਧੱਕਾ ਹੋ ਗਿਆ ਉਹ ਬੰਦਾ ਸੁਪਰੀਮ ਕੋਰਟ ਜਾਊਗਾ ਤੇ ਸੁਪਰੀਮ ਕੋਰਟ ਫੈਸਲਾ ਕਰੂ ਵੀ ਤੁਸੀਂ ਸਹੀ ਕੀਤਾ ਕਿ ਗਲਤ ਕੀਤਾ। ਇੱਕ ਤਾਂ ਉਹ ਚੀਜ਼ ਹੈ। ਦੂਜੀ ਚੀਜ਼ ਕੀ ਆ ਵੀ ਹਾਂ ਵੀ ਤੁਸੀਂ ਪਹਿਲੀਆਂ ਜੀ ਸੁਪਰੀਮ ਕੋਰਟ ਨੂੰ ਪੁੱਛ ਲਓ ਵੀ ਆਹ ਕੰਮ ਅਸੀਂ ਕਰਨਾ ਚਾਹੁੰਦੇ ਆ, ਇਹ ਕੰਮ ਗਲਤ ਆ ਕਿ ਸਹੀ ਆ, ਵੀ ਤੁਹਾਡੀ ਨਿਗਾਹ 'ਚ ਸਲਾਹ ਹੀ ਲੈ ਲਈਏ ਵੀ ਬਾਅਦ ਦੇ ਵਿੱਚ ਕਿਰਕਰੀ। ਹੁਣ ਅਸਲ ਦੇ ਵਿੱਚ ਗੱਲ ਕੀ ਹੈ, ਤੁਸੀਂ ਸੋਚ ਕੇ ਵੇਖੋ ਵੀ ਜਿਹੜਾ ਹੁਣ ਮੈਂ ਤੁਹਾਨੂੰ ਕੱਲ ਵੀ ਦੱਸਿਆ ਵੀ ਜਿੱਥੇ ਵਰਡ ਪ੍ਰੈਜ਼ੀਡੈਂਟ ਯੂਜ਼ ਹੋ ਰਿਹਾ ਨਾ, ਉਹ ਕੰਮ ਸਾਰੇ ਕਿਹਨੇ ਕਰਨੇ ਆ ਅਸਲ ਦੇ ਵਿੱਚ? ਪ੍ਰਧਾਨ ਮੰਤਰੀ। ਪੀਐਮ। ਹਾਂ, ਪ੍ਰਧਾਨ ਮੰਤਰੀ ਹੋਣਾ ਨੇ ਕਰਨੇ ਆ ਕੰਮ, ਉਹ ਸਾਰੇ ਸਰਕਾਰ ਨੇ ਕਰਨੇ ਆ। ਜਿੱਥੇ ਐਗਜ਼ੈਕਟਿਵ, ਜਿੱਥੇ ਵਰਡ ਪ੍ਰੈਜ਼ੀਡੈਂਟ ਯੂਜ਼ ਹੋ ਗਿਆ ਨਾ, ਉਹ ਬਈ ਨਾਂ ਦਾ ਪ੍ਰੈਜ਼ੀਡੈਂਟ ਆ, ਪਰ ਕੰਮ ਅਸਲੀ ਕਾਰਜਪਾਲਿਕਾ ਕੌਣ ਆ? ਉਹ ਤਾਂ ਪ੍ਰਧਾਨ ਮੰਤਰੀ ਆ।
ਸੋ ਇੱਕ ਪ੍ਰਧਾਨ ਹਿਸਾਬ ਮੰਤਰੀ। ਦਾ ਵੀ ਇਹ ਰਾਸ਼ਟਰਪਤੀ ਦੇ ਥਰੂ ਸਲਾਹ ਸੁਪਰੀਮ ਕੋਰਟ ਤੋਂ ਕੌਣ ਲਈ ਜਾਂਦਾ? ਪ੍ਰਧਾਨ ਮੰਤਰੀ। ਹੁਣ ਉਦਾਹਰਨ ਦਿੰਦਾ ਤੁਹਾਨੂੰ, ਜੇ ਆ ਖੇਤੀ ਬਿੱਲ ਲਿਆਉਣ ਤੋਂ ਪਹਿਲਾਂ, ਹੁਣ ਅੱਜ ਤੁਹਾਨੂੰ ਪਤਾ ਨਾ ਵੀ ਸੁਪਰੀਮ ਕੋਰਟ ਨੇ ਖੇਤੀ ਬਿੱਲਾਂ ਦੇ ਸਟੇ ਲਾਇਆ ਹੋਇਆ, ਪਤਾ ਨਾ? ਸਟੇ ਹਾਂ ਦਾ ਬਈ। ਮਤਲਬ ਹੁੰਦਾ ਵੀ ਉਹ ਲਾਗੂ ਨਹੀਂ ਹੋ ਸਕਦੇ ਅਜੇ, ਸੁਪਰੀਮ ਕੋਰਟ ਨੇ ਸਟੇ ਲਾਤਾ। ਪਰ ਜੇ ਇਹ ਹੁਣ ਕੀ ਆ ਵੀ ਇਹ ਇਹਨਾਂ ਨੇ ਸਲਾਹ ਨਹੀਂ ਲਈ, ਇਹ ਤਾਂ ਹੁਣ ਆਪਾਂ ਗਏ, ਕਿਸਾਨ ਗਏ ਜਾਂ ਕੋਈ ਵੀ ਬੰਦਾ ਹੋਰ ਗਿਆ ਸੁਪਰੀਮ ਕੋਰਟ ਦੇ ਵਿੱਚ, ਉਹਨੇ ਪਟੀਸ਼ਨ ਪਾਤੀ ਵੀ ਹਾਂਜੀ ਆ ਕਾਨੂੰਨ ਗਲਤ ਬਣਾਤਾ ਇਹਨਾਂ ਨੇ, ਇਹ ਸਟੇਟ ਦਾ ਵਿਸ਼ਾ ਸੀ ਐਗਰੀਕਲਚਰ, ਇਹਨਾਂ ਨੇ ਸੈਂਟਰ ਨੇ ਕਾਨੂੰਨ ਬਣਾਇਆ, ਕਾਨੂੰਨ ਗਲਤ ਹੋ ਗਿਆ ਹਨਾ, ਉਹਨੇ ਸਟੇ ਲਾਤਾ ਸੁਪਰੀਮ ਕੋਰਟ ਨੇ। ਪਰ ਜੇ ਹੁਣ ਸੁਪਰੀਮ ਕੋਰਟ ਦੀ ਪਹਿਲੀਆਂ 'ਚ ਹੀ ਰਾਏ ਲੈ ਲੈਂਦਾ ਮੋਦੀ, ਉਹਦੇ ਕੋਲੇ ਸੀਗਾ ਇਹ ਅਧਿਕਾਰ ਸੀਗਾ, ਉਹਦੇ ਕੋਲੇ ਮੋਦੀ ਲੈ ਸਕਦਾ ਸੀਗਾ ਰਾਸ਼ਟਰਪਤੀ ਦੇ ਥਰੂ ਵੀ ਹਾਂ ਵੀ ਅਸੀਂ ਇਹ ਖੇਤੀ ਕਾਨੂੰਨ ਪਾਸ ਕਰੀਏ ਕਿ ਨਾ ਕਰੀਏ, ਤੇ ਇੰਨੀ ਖੱਜਲ ਖਵਾਰੀ ਨਾ ਹੁੰਦੀ, ਇੰਨੀ ਮੋਦੀ ਦੀ ਬੇਇੱਜ਼ਤੀ ਹੁੰਦੀ। ਹੁਣ ਬੇਇੱਜ਼ਤੀ ਹੋ ਗਈ ਯਾਰ, ਬੇਇੱਜ਼ਤੀ ਹੁੰਦੀ ਹੈ ਨਾ ਵੀ ਹਾਂ ਤੁਸੀਂ ਕਾਨੂੰਨ ਬਣਾਇਆ, ਤੁਹਾਡਾ ਕਾਨੂੰਨ ਲਾਗੂ ਹੀ ਨਹੀਂ ਹੋ ਰਿਹਾ ਹੈਗਾ, ਕੋਰਟ ਨੇ ਰੋਕ ਲਾਤੀ ਉੱਤੇ। ਤੁਸੀਂ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ, ਦੂਜੇ ਬੰਦੇ ਨੇ ਛੱਡ ਡਾਤੀ, ਜਿਵੇਂ ਆਪਾਂ ਕਹਿ ਦਿੰਦੇ ਨੇ ਯਾਰ, ਜਿਵੇਂ ਹੁਣ ਉਦਾਹਰਨ ਮੈਨੂੰ ਫਿਰ ਉਹ ਜੀ ਕੋਈ ਵੀ, ਜਿਵੇਂ ਹੁਣ ਆਪਾਂ ਪਾਸਟ ਦੇ ਵਿੱਚ ਵੇਖ ਲਈਏ ਵੀ ਜੇ ਕੋਈ ਕਿਤੇ ਵਹਿਮ ਭਰਮ ਚੱਲੀ ਜਾਂਦਾ, ਗਲਤ ਤਰ੍ਹਾਂ ਦਾ ਚੱਲੀ ਜਾਂਦਾ ਜੇ ਹਨਾ, ਤੇ ਜੇ ਆਪਾਂ ਉੱਥੇ ਅੜ ਕੇ ਬਹਿ ਜਾਾਂਗੇ ਵੀ ਅਸੀਂ ਤਾਂ ਉਹ ਚੀਜ਼ ਯਾਰ ਕਰਨੀ ਹੈ, ਤੇ ਦੂਜਾ ਬੰਦਾ ਉਹ ਤੇ ਰੋਕ ਲਾ ਦੂਗਾ ਕਿਸੇ ਵੀ ਤਰੀਕੇ ਨਾਲ। ਤੁਸੀਂ ਬਾਅਦ ਚ ਆਪਦੇ ਨੱਕ ਦਾ ਸਵਾਲ ਨਹੀਂ ਬਣਾਉਂਦੇ ਯਾਰ, ਉਹ ਰੋਕਣ ਵਾਲੇ ਸਾਨੂੰ ਕੌਣ ਆ? ਹਾਂ ਬਈ। ਹੁੰਦਾ ਕਿ ਨਹੀਂ? ਅਗਲਾ ਹਾਂ ਕਹਿੰਦਾ ਬਈ। ਸਾਡਾ ਤਾਂ ਨੱਕ ਵੱਢਿਆ ਗਿਆ ਯਾਰ, ਉਹ ਬੰਦੇ ਨੇ ਸਾਨੂੰ ਆ ਕਰਨ ਨਹੀਂ ਦਿੱਤਾਗਾ। ਉਹੀ ਹੋਈ ਹੁਣ ਮੋਦੀ ਨਾਲ, ਵੀ ਮੋਦੀ ਨੇ ਤਾਂ ਖੇਤੀ ਬਿੱਲ ਬਣਾਏ ਸੀ ਵੀ ਹਾਂ ਲਾਗੂ ਹੋ ਜਾਣਗੇ, ਹੁਣੇ ਕਰ ਦਾਂਗੇ ਅਸੀਂ ਲਾਗੂ, ਤੇ ਪਰ ਸੁਪਰੀਮ ਕੋਰਟ ਨੇ ਕਹਿਤਾ ਵੀ ਹਜੇ ਲਾਗੂ ਕਰ ਹੀ ਨਹੀਂ ਸਕਦੇ ਤੁਸੀਂ, ਤੇ ਉਹ ਉਦੋਂ ਪਹਿਲਾਂ ਉਹ ਚੀਜ਼ ਦੀ ਸਲਾਹ ਸੁਪਰੀਮ ਕੋਰਟ ਤੋਂ ਲੈ ਸਕਦਾ ਸੀ। ਠੀਕ ਹੈ। ਠੀਕ ਹੈ, ਮੰਗ ਸਕਦਾ ਉਹ ਸੁਪਰੀਮ ਕੋਰਟ ਤੋਂ ਸਲਾਹ। ਪਰ ਇਹ ਸਲਾਹ ਪਤਾ ਕੀ ਹੁੰਦੀ ਹੈ? ਇਹ ਸਲਾਹ ਸਿਰਫ ਮੰਗ ਸਕਦਾ ਹੁੰਦਾ। ਹੁਣ ਇਹਨਾਂ ਨੇ ਮੰਗਣੀ ਆ ਸਲਾਹ ਉਹਦੇ ਤੋਂ, ਜੇ ਸਲਾਹ ਦੇਣੀ ਆ ਕਿ ਨਹੀਂ ਦੇਣੀ ਉਹ ਸੁਪਰੀਮ ਕੋਰਟ ਦੀ ਮਰਜ਼ੀ ਆ, ਹੋ ਸਕਦਾ ਸਲਾਹ ਦੇ ਦੇ, ਹੋ ਸਕਦਾ ਨਾ ਦੇ। ਠੀਕ ਹੈ। ਉਦੋਂ ਬਾਅਦ ਜੇ ਸੁਪਰੀਮ ਕੋਰਟ ਨੇ ਸਲਾਹ ਦੇ ਵੀ ਦਿੱਤੀ ਤੇ ਬਾਅਦ ਚ ਮੰਨਣੀ ਜਾਂ ਨਾ ਮੰਨਣੀ ਫੇਰ ਇਹਨਾਂ ਦੀ ਮਰਜ਼ੀ ਆ, ਵੀ ਇਹ ਸਾਰਾ ਕੁਝ ਮਰਜ਼ੀ ਚੱਲੀ ਜਾਂਦੀ ਹੈ। ਜਿਵੇਂ ਮੰਨ ਕੇ ਚੱਲ ਮੈਂ ਤੇ ਨਿੱਕਾ, ਮੈਂ ਨਿੱਕੇ ਤੋਂ ਕੋਈ ਸਲਾਹ ਮੰਗੀ ਹਨਾ, ਹਾਂ ਬਈ। ਮੈਂ ਨਿੱਕੇ ਤੋਂ ਕੋਈ ਸਲਾਹ ਮੰਗੀ, ਉਹ ਮੰਨ ਕੇ ਚਲੋ ਸੁਪਰੀਮ ਕੋਰਟ ਆ, ਮੈਂ ਆ ਪ੍ਰੈਜ਼ੀਡੈਂਟ ਜਾਂ ਸਰਕਾਰ ਆ, ਸਰਕਾਰ ਕਹਿ ਲਗੇ ਭਾਵੇਂ ਪ੍ਰੈਜ਼ੀਡੈਂਟ ਕਹਿ ਲਗੇ, ਤੁਹਾਨੂੰ ਗੱਲ ਦਾ ਪਤਾ ਹੀ ਆ। ਠੀਕ ਹੈ, ਵੀ ਮੈਂ ਸਲਾਹ ਮੰਗੀ ਨਿੱਕੇ ਤੋਂ, ਨਿੱਕਾ ਦਾ ਬਈ ਵੇਖ ਵੀ ਮੇਰੀ ਮਰਜ਼ੀ ਹੈ ਮੈਂ ਤੈਨੂੰ ਸਲਾਹ ਦੇਵਾਂ ਕਿ ਨਾ, ਉਹ ਨਿੱਕੇ ਦੀ ਮਰਜ਼ੀ ਹੈ। ਤੇ ਉਹਨੇ ਮੈਨੂੰ ਐ ਕਹਿੰਦਾ ਵੀ ਮੇਰੀ ਮਰਜ਼ੀ ਹੈ ਸਲਾਹ ਦੇਵਾਂ ਕਿ ਨਾ, ਉਹਨੇ ਉਦੋਂ ਬਾਅਦ ਸਲਾਹ ਦੇ ਵੀ ਦਿੱਤੀ ਹਨਾ। ਜਦੋਂ ਉਹਨੇ ਸਲਾਹ ਮੈਨੂੰ ਦੇਤੀ, ਫਿਰ ਮੈਂ ਉਹਨੂੰ ਕਹਿਤਾ, ਉਹੀ ਵੀਡੀਓ ਦਾ ਵੱਟਾ ਜਿਹਾ ਲਾਤਾ ਵੀ ਵੇਖ ਤੂੰ ਸਲਾਹ ਦੇਤੀ, ਹੁਣ ਮੇਰੀ ਮਰਜ਼ੀ ਹੈ ਮੈਂ ਮੰਨਾਂ ਕਿ ਨਾ। ਅਸਲ ਆਹ ਚੀਜ਼ ਆ। ਠੀਕ ਹੈ, ਸੋ ਮੇਨ ਬਸ ਤੁਸੀਂ ਇੰਨੀ ਗੱਲ ਯਾਦ ਰੱਖਣੀ ਹੈ ਬਈ ਉਹ ਸਲਾਹ ਮੰਗ ਸਕਦੀ ਹੈ ਸੁਪਰੀਮ ਕੋਰਟ, ਤੇ ਉਹ ਆਹ ਤੁਹਾਨੂੰ ਐਕਸਟਰਾ ਚੀਜ਼ ਦੱਸੀ ਆ ਵੀ ਇਹ ਐਂ ਹੁੰਦਾ। So he can seek advice from the Supreme Court on any question of law or fact. However, the advice tendered, I will ਲਿਖਿਆ ਵੀ however the advice tendered ਜਿਹੜੀ ਦਿੱਤੀ ਆ ਕਿਨੇ by the Supreme Court is not binding on the president. President ਲਈ ਉਹ ਸਲਾਹ ਮੰਨਣੀ ਜ਼ਰੂਰੀ ਨਹੀਂ, ਤੇ ਇੱਥੇ ਇਹਨਾਂ ਨੇ ਇਹ ਗੱਲ ਨਹੀਂ ਲਿਖੀ ਵੀ ਉਹਦੀ ਵੀ ਮਰਜ਼ੀ ਹੈ ਸੁਪਰੀਮ ਕੋਰਟ ਦੀ ਵੀ ਸਲਾਹ ਦੇਣੀ ਹੈ ਜਾਂ ਨਾ ਦੇਣੀ। ਠੀਕ ਹੈ, ਸਮਝ ਲੱਗ ਗਈ ਨਾ? ਹੁਣ ਜੁਡੀਸ਼ੀਅਲ ਪਾਵਰ ਦੇ ਵਿੱਚ ਦੋ ਹੀ ਪੁਆਇੰਟ ਆ, ਇੱਕ ਤਾਂ ਜੱਜਾਂ ਨੂੰ ਨਿਯੁਕਤ ਕਰਦਾ, ਇਹ ਉਹਦੀ ਜੁਡੀਸ਼ੀਅਲ ਪਾਵਰ ਹੋ ਗਈ, ਤੇ ਦੂਜਾ ਕੀ ਹੈ ਵੀ ਉਹ ਕਿਸੇ ਵੀ ਮੈਟਰ ਦੇ ਉੱਤੇ, ਕਾਨੂੰਨੀ ਮੈਟਰ ਦੇ ਉੱਤੇ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ। ਕੌਣ? ਪ੍ਰੈਜ਼ੀਡੈਂਟ। ਇਨਡਾਇਰੈਕਟਲੀ ਕੌਣ ਲਊਗੀ? ਸਰਕਾਰ ਹੀ ਲਊਗੀ ਸਲਾਹ। ਵੀ ਕੱਲ ਨੂੰ ਸੁਪਰੀਮ ਕੋਰਟ ਕਿਸੇ ਚੀਜ਼ ਤੇ ਸਾਡੀ ਤੇ ਸਟੇ ਨਾ ਲਾ ਦੇ, ਬਿੱਲ ਆਉਣ ਤੋਂ ਬਾਅਦ ਸਟੇ ਲਾਊਗੀ ਤਾਂ ਬੇਇੱਜ਼ਤੀ ਹੋਊਗੀ, ਮੀਡੀਆ ਦੇ ਵਿੱਚ ਗੱਲ ਆਊਗੀ, ਤੇ ਉਦੋਂ ਪਹਿਲਾਂ ਵੀ ਅਸੀਂ ਉਹ ਕਾਨੂੰਨ ਦੇ ਵਿੱਚ ਪਹਿਲਾਂ ਹੀ ਸੋਧ ਕਰ ਲਈਏ ਵੀ ਸੁਪਰੀਮ ਕੋਰਟ ਸਾਡੇ ਕਾਨੂੰਨ ਨੂੰ ਰੋਕੇ ਨਾ। ਓਕੇ ਹੋ ਗਿਆ? ਹਾਂ ਬਈ। ਹਾਂ, ਫਿਰ ਅੱਗੇ ਆ ਗਈਆਂ ਡਿਪਲੋਮੈਟਿਕ ਪਾਵਰ। ਡਿਪਲੋਮੈਸੀ ਕੀ ਹੁੰਦੀ ਹੈ? ਡਿਪਲੋਮੈਟਿਕ ਪਾਵਰ ਅਸਲ 'ਚ ਇਹ ਹੁੰਦਾ ਬਈ ਵੀ ਜਿਹੜੀਆਂ ਆਪਾਂ ਦੂਜੇ ਦੇਸ਼ਾਂ ਦੇ ਨਾਲ ਹਨਾ ਵੀ ਗੱਲਬਾਤ ਕਰਨੀ ਆ, ਉਹਨੂੰ ਕਹਿੰਦੇ ਡਿਪਲੋਮੈਸੀ। ਵੀ ਹੁਣ ਭਾਰਤ ਨੇ ਪਾਕਿਸਤਾਨ ਤੋਂ ਆਪਦੀ ਗੱਲ ਕਿਵੇਂ ਮਨਵਾਉਣੀ ਆ, ਉਹਨੂੰ ਕਹਾਂਗੇ ਡਿਪਲੋਮੈਸੀ। ਜੇ ਤਾਂ ਤੁਸੀਂ ਆਪਦੀ ਗੱਲ ਮਨਵਾਉਣ ਦੇ ਵਿੱਚ ਸਫਲ ਹੋ ਜਾਂਦੇ ਆ ਹਨਾ, ਤਾਂ ਤੁਸੀਂ ਵਧੀਆ ਡਿਪਲੋਮੈਟ ਆ। ਪਰ ਜੇ ਤੁਹਾਡੇ ਤੋਂ ਆਪਦੀ ਗੱਲ ਨਹੀਂ ਮਨਵਾਈ ਗਈ, ਫਿਰ ਤੁਸੀਂ ਓਡੇ ਵਧੀਆ ਡਿਪਲੋਮੈਟ ਹੈ ਨਹੀਂ। ਡਿਪਲੋਮੈਸੀ ਅਸਲ 'ਚ ਕੀ ਹੁੰਦੀ ਹੈ? ਡਿਪਲੋਮੈਸੀ ਹੁੰਦੀ ਹੈ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਦੇ ਵਿੱਚ
ਦੋ ਜਾਂ ਦੋ ਤੋਂ ਵੱਧ ਬੰਦੇ ਵੀ ਹੋ ਸਕਦੇ ਆ, ਦੋ ਜਾਂ ਦੋ ਤੋਂ ਵੱਧ ਦੇਸ਼ ਵੀ ਹੋ ਸਕਦੇ ਆ, ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਆ, ਠੀਕ ਆ, ਉਹਨੂੰ ਆਪਾਂ ਕਹਿੰਦੇ ਆ ਡਿਪਲੋਮੈਟਿਕ ਟਾਕ। ਠੀਕ ਹੈ, ਅਸਲ ਦੇ ਵਿੱਚ ਡਿਪਲੋਮੈਸੀ ਦੇ ਵਿੱਚ ਕਰਨਾ ਕੀ ਹੁੰਦਾ ਵੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਦੀ ਗੱਲ ਮਨਵਾਉਣੀ ਹੁੰਦੀ ਹੈ। ਠੀਕ ਆ, ਜਿਹੜੇ ਅੰਬੈਸਡਰ ਵਗੈਰਾ ਹੁੰਦੇ ਆ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਜਾਂਦੇ ਆ, ਉਹ ਡਿਪਲੋਮੈਟ ਕਹਿੰਦੇ ਆ ਉਹਨਾਂ ਨੂੰ ਆਪਾਂ। ਜਿਵੇਂ ਹੁਣ ਭਾਰਤ ਦਾ ਜਿਹੜਾ ਅੰਬੈਸਡਰ ਆ, ਜਿਹੜਾ ਹੁਣ ਦੇਖੋ ਤੁਸੀਂ ਹੁਣ ਵੀਜ਼ਾ ਲਵਾਉਣ ਜਾਣਾ, ਮੰਨ ਕੇ ਚਲੋ ਗੁਰਭੇਜ ਦਾ ਕੱਲ ਨੂੰ ਵੀਜ਼ਾ ਆ ਜਾਂਦਾ, ਜਾਂ ਸੁਖਮਨ ਦਾ ਵੀਜ਼ਾ ਆ ਗਿਆ, ਜਾਂ ਕਿਸੇ ਹੋਰ ਬੰਦੇ ਦਾ ਵੀਜ਼ਾ ਆ ਗਿਆ। ਠੀਕ ਹੈ, ਹੁਣ ਉਹ ਜਿਹੜਾ ਵੀਜ਼ਾ ਆਇਆ ਕਿੱਥੋਂ ਆ, ਉਹ ਕਿੱਥੇ ਅਪਲਾਈ ਕੀਤਾ ਸੀ ਵੀਜ਼ਾ? ਤੁਸੀਂ ਐਮਬੈਸੀ ਦੇ ਵਿੱਚ ਕੀਤਾ ਸੀ ਨਾ। ਕਿਹੜੀ ਐਮਬੈਸੀ ਦੇ ਵਿੱਚ ਕੀਤਾ ਸੀ? ਕੈਨੇਡਾ ਦੀ ਐਮਬੈਸੀ ਦੇ ਵਿੱਚ। ਕੈਨੇਡਾ ਦੀ ਐਮਬੈਸੀ 'ਚ ਤੁਸੀਂ ਕੈਨੇਡਾ ਜਾ ਕੇ ਕੀਤਾ ਸੀ? ਇੰਡੀਆ ਦੇ ਵਿੱਚ ਐਮਬੈਸੀ ਹੈਗੀ ਉਹਨਾਂ ਦੀ? ਇੰਡੀਆ 'ਚ ਹੀ ਐਮਬੈਸੀ ਹੈਗੀ ਆ। ਮਤਲਬ ਇਹ ਆ ਵੀ ਜਿਹੜੇ ਦੇਸ਼ਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੁੰਦੇ ਆ ਨਾ, ਰਿਸ਼ਤੇ ਹੁੰਦੇ ਆ, ਵੀ ਆਉਣ ਜਾਣ ਹੁੰਦਾ, ਉਹਨਾਂ ਦੇਸ਼ਾਂ ਦੇ ਵਿੱਚ ਸਾਰੇ ਦੂਜੇ ਦੇਸ਼ਾਂ ਦੀਆਂ ਵੀ ਉਹ ਜਿਹੜੀਆਂ ਹੁੰਦੀਆਂ ਐਮਬੈਸੀਆਂ ਹੁੰਦੀਆਂ। ਜਿਵੇਂ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੀ ਵੀ ਐਮਬੈਸੀ ਹੋਊਗੀ, ਹਨਾ, ਇੰਡੀਆ ਦੀ ਵੀ ਹੋਊਗੀ ਉੱਧਰ, ਫਿਰ ਪਾਕਿਸਤਾਨ ਦੀ ਵੀ ਹੋਊਗੀ। ਉਵੇਂ ਇੰਡੀਆ ਦੇ ਵਿੱਚ ਵੀ ਕੀ ਹੈ, ਇੰਡੀਆ ਦੀ ਐਮਬੈਸੀ ਹੈਗੀ, ਇੰਡੀਆ ਦੇ ਵਿੱਚ ਕੈਨੇਡਾ ਦੀ ਐਮਬੈਸੀ ਹੈਗੀ, ਆਸਟ੍ਰੇਲੀਆ ਦੀ ਵੀ ਐਮਬੈਸੀ ਹੈਗੀ ਆ, ਹਨਾ, ਇੰਗਲੈਂਡ ਦੀ ਐਮਬੈਸੀ ਹੈਗੀ ਆ, ਪਾਕਿਸਤਾਨ ਦੀ ਵੀ, ਸਾਰੇ ਦੇਸ਼ਾਂ ਦੀਆਂ ਐਮਬੈਸੀਆਂ ਇੰਡੀਆ ਦੇ ਦਿੱਲੀ ਵਿੱਚ ਹੈਗੀਆਂ। ਦਿੱਲੀ, ਗੱਲ ਸਮਝ ਲੱਗੀ? ਹੁਣ ਉਹ ਐਮਬੈਸੀਆਂ ਦੇ ਵਿੱਚ ਕੌਣ ਰਹਿੰਦਾ ਕੈਨੇਡਾ ਵੱਲੋਂ? ਉਹਨਾਂ ਦਾ ਐਮਬੈਸਡਰ। ਜਿਵੇਂ ਹੁਣ ਭਾਰਤ, ਜਿਵੇਂ ਹੁਣ ਆਪਣੀ ਜਿਹੜੀ ਕੈਨੇਡਾ ਦੇ ਵਿੱਚ ਐਮਬੈਸੀ ਆ, ਹੁਣ ਜਿਵੇਂ ਮੈਂ IAS ਦੀ ਤਿਆਰੀ ਕਰੀ ਜਾਂਦਾ ਨਾ, ਹੁਣ ਉਹਦੇ 'ਚ ਕੀ IAS ਦੇ ਵਿੱਚ ਮੇਰੇ ਕੋਲੇ ਆਪਸ਼ਨ ਆ, ਮੈਂ 3 ਚੀਜ਼ਾਂ ਸਿਲੈਕਟ ਕਰ ਸਕਦਾ ਹਾਂ, ਜਾਂ ਤਾਂ ਮੈਂ ਪੁਲਿਸ 'ਚ ਲੱਗ ਜਾਂ IAS ਬਣ ਜਾਂ DC ਬਣ ਜਾਂ, ਤੇ ਤੀਜਾ ਕੀ ਹੁੰਦਾ, ਜਾਂ ਐਮਬੈਸਡਰ ਵੀ ਬਣ ਸਕਦੇ ਨੇ, ਉਹਨੂੰ IFS ਇੰਡੀਅਨ ਫੋਰਨ ਸਰਵਿਸ ਕਹਿੰਦੇ ਆ। ਸੋ ਉਹ ਮੈਂ ਰਾਜਦੂਤ ਲੱਗ ਸਕਦਾ ਬਾਹਰਲੇ ਦੇਸ਼ 'ਚ। ਜਿਵੇਂ ਫਰਾਂਸ 'ਚ ਮੈਨੂੰ ਐਮਬੈਸਡਰ ਲਾ ਦੇਣ ਕੈਨੇਡਾ ਦੇ ਵਿੱਚ, ਫਿਰ ਉਹ ਕੈਨੇਡਾ ਦੇ ਵਿੱਚ ਮੈਂ ਰਹੂੰਗਾ, ਕੈਨੇਡਾ ਦੇ ਵਿੱਚ, ਪਰ ਗੱਲ ਭਾਰਤ ਸਰਕਾਰ ਦੀ ਕਰੂੰਗਾ। ਕਿ ਜੇ ਕਿਸੇ ਨੇ ਕੈਨੇਡਾ 'ਚੋਂ ਭਾਰਤ ਆਉਣਾ, ਤੇ ਉਹ ਮੇਰੇ ਕੋਲੇ ਪਹਿਲਾਂ ਆਪਦਾ ਵੀਜ਼ਾ ਅਪਲਾਈ ਕਰਨਗੇ ਵੀ ਹਾਂ ਵੀ ਅਸੀਂ ਭਾਰਤ ਜਾਣਾ ਚਾਹੁੰਦੇ, ਤੇ ਮੈਂ ਉਹਨਾਂ ਨੂੰ ਪਰਮਿਸ਼ਨ ਦੇਵਾਂਗਾ। ਸੋ ਉਹਨੂੰ ਐਮਬੈਸਡਰ ਨੂੰ ਪੰਜਾਬੀ 'ਚ ਆਪਾਂ ਰਾਜਦੂਤ ਕਹਿ ਦਿੰਦੇ ਹਾਂ। ਠੀਕ ਹੈ, ਸਮਝ ਲੱਗੀ? ਉਹਨਾਂ ਨੂੰ ਰਾਜਦੂਤ, ਐਮਬੈਸਡਰ ਵੀ ਕਹਿ ਦਿੰਦੇ ਆ, ਉਹਨਾਂ ਨੂੰ ਆਪਾਂ ਡਿਪਲੋਮੈਟ ਵੀ ਕਹਿ ਦਿੰਦੇ ਹਾਂ। ਡਿਪਲੋਮੈਟ ਕਿਉਂ? ਕਿਉਂਕਿ ਉਹਨਾਂ ਨੇ ਦੂਜੇ ਦੇਸ਼ਾਂ ਦੇ ਨਾਲ ਗੱਲਬਾਤ ਕਰਨੀ ਹੁੰਦੀ। ਸਮਝ ਲੱਗੀ? ਜੇ ਹੁਣ ਇੰਡੀਆ ਦਾ ਐਮਬੈਸਡਰ ਮੰਨ ਕੇ ਚਲੋ ਮੈਂ ਹੀ ਆ, ਇੰਡੀਆ ਦਾ ਐਮਬੈਸਡਰ, ਮੈਂ ਜਾ ਕੇ ਹੁਣ ਕੈਨੇਡਾ ਦੇ ਵਿੱਚ ਬੈਠਾ ਐਜ਼ ਐਨ ਐਮਬੈਸਡਰ, ਸੋ ਇੰਡੀਆ ਸਰਕਾਰ ਦੀ ਜਿੰਨੀ ਵੀ ਗੱਲਬਾਤ ਹੋਊਗੀ ਕੈਨੇਡਾ ਨਾਲ ਕੌਣ ਕਰੂਗਾ? ਇੰਡੀਆ ਸਰਕਾਰ ਵੱਲੋਂ ਮੈਂ ਗੱਲ ਕਰ ਰਿਹਾ, ਐਮਬੈਸਡਰ ਕਰ ਰਿਹਾ। ਸੋ ਉਹੀ ਡਿਪਲੋਮੈਟ ਵੀ ਹੁੰਦਾ, ਉਹਨੂੰ ਡਿਪਲੋਮੈਟ ਵੀ ਕਹਿੰਦੇ, ਵੀ ਉਹੀ ਡਿਪਲੋਮੈਸੀ ਹੈ, ਗੱਲਬਾਤ ਹੀ ਕਰ ਰਹੇ ਆ। ਠੀਕ ਹੈ, ਸੋ ਡਿਪਲੋਮੈਸੀ ਕਾਹਦੇ 'ਚ ਹੁੰਦੀ ਹੈ? ਵੀ ਹੁਣ ਇੱਥੇ ਦੋ ਜਾਂ ਦੋ ਤੋਂ ਵੱਧ ਦੇਸ਼ਾਂ 'ਚ ਹੋਊਗੀ। ਹੁਣ ਸਮਝ ਲੱਗ ਗਿਆ ਵੀ ਬਾਹਰਲੇ ਦੇਸ਼ਾਂ ਨਾਲ ਸੰਬੰਧਿਤ ਮੈਟਰਸ ਹੁੰਦੇ ਆ ਇਹ। ਦੇਖੋ ਕੀ ਹੈ, ਤਾਂ ਇੰਟਰਨੈਸ਼ਨਲ ਟ੍ਰੀਟੀਜ਼ ਐਂਡ ਐਗਰੀਮੈਂਟ ਆਰ ਨੈਗੋਸ਼ੀਏਟਡ ਐਂਡ ਕਨਕਲੂਡਡ ਔਨ ਦਾ ਬਿਹਾਫ ਆਫ ਪ੍ਰੈਜ਼ੀਡੈਂਟ। ਜਿਵੇਂ ਹੁਣ ਮੰਨ ਕੇ ਚਲੋ ਭਾਰਤ ਦਾ ਤੇ ਕੈਨੇਡਾ ਦਾ ਕਿਸੇ ਚੀਜ਼ ਨੂੰ ਲੈ ਕੇ ਸਮਝੌਤਾ ਹੋਣਾ, ਜਿਵੇਂ ਮੰਨ ਲਓ ਬਈ ਕੋਈ ਰੂਲ ਬਣਾ ਦੇਣ ਭਾਰਤ ਤੇ ਕੈਨੇਡਾ ਰਲ ਕੇ, ਜਿਵੇਂ ਆ ਹੁਣ ਉਹ ਕੁੜੀ ਵਾਲਾ ਕੇਸ ਚੱਲੀ ਜਾਂਦਾ ਨਾ, ਉਹ ਜਿਹੜਾ ਮਨੀਸ਼ਾ ਗੁਲਾਟੀ ਦਾ ਜਿਹੜਾ ਬੇਅੰਤ ਵਾਲਾ ਰੌਲਾ ਜਾਂ ਕੈਨੇਡਾ ਵਾਲਾ ਵਾਵਾ ਜਾਂ ਪਿਆ, ਹਨਾ। ਹੁਣ ਹੋਊਗਾ ਕੀ ਅਸਲ ਦੇ ਵਿੱਚ ਹੁਣ ਇਹ ਦੋਵੇਂ ਸਰਕਾਰਾਂ ਸਖਤੀ ਕਰਨਗੀਆਂ, ਭਾਰਤ ਸਰਕਾਰ ਵੀ ਕਰੂਗੀ ਤੇ ਕੈਨੇਡਾ ਸਰਕਾਰ ਵੀ ਕਰੂਗੀ। ਉਹ ਸਖਤੀ ਕਰਦਿਆਂ ਕੀ ਕਰਨਗੀਆਂ, ਉਹ ਵੀ ਕੋਈ ਨਾ ਕੋਈ ਕਾਨੂੰਨ ਉਹ 'ਚ ਲੈ ਕੇ ਆਉਣਗੀਆਂ, ਵੀ ਜਾਂ ਆਪਸ 'ਚ ਸਮਝੌਤਾ ਕਰਨਗੀਆਂ। ਜਿਹੜਾ ਉਹ ਸਮਝੌਤਾ ਕਰਨਗੀਆਂ, ਹੁਣ ਇੰਡੀਆ ਸਰਕਾਰ ਵੱਲੋਂ ਇਹ ਨਹੀਂ ਵੀ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਮਝੌਤਾ ਕਰ ਲਿਆ, ਜਿਹੜਾ ਉਹ ਕਾਗਜ਼ਾਂ ਤੇ ਕੀ ਲਿਖਿਆ ਜਾਊਗਾ, ਪ੍ਰਧਾਨ ਮੰਤਰੀ ਮੋਦੀ ਨੇ ਸਮਝੌਤਾ ਕਰ ਲਿਆ ਨਾ, ਉਹ ਕਾਗਜ਼ ਤੇ ਕੀ ਲਿਖਿਆ ਜਾਊਗਾ, ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਹ ਗੱਲ ਕਹੀ ਹੈ। ਸਮਝ ਲੱਗ ਗਈ? ਵੀ ਤੁਹਾਨੂੰ ਫਿਰ ਉੱਥੇ ਹੀ ਗੱਲ ਆ ਗਈ, ਇਹ ਵੀ ਇੱਕ ਐਗਜ਼ੈਕਟਿਵ ਐਕਸ਼ਨ ਹੀ ਆ। ਐਗਜ਼ੈਕਟਿਵ ਹਰੇਕ ਉਹ ਚੀਜ਼ ਹੁੰਦੀ ਹੈ ਜਿਹੜੀ ਆਪਾਂ ਯਾਰ ਕਰ ਰਹੇ ਹਾਂ, ਕੰਮ ਕਰ ਰਹੇ ਹਾਂ। ਲੈਜਿਸਲੇਟਿਵ ਹਰੇਕ ਉਹ ਚੀਜ਼ ਹੁੰਦੀ ਜਿਹੜਾ ਇੱਕ ਕਾਨੂੰਨ ਬਣਾਤਾ, ਬਸ ਕਾਗਜ਼ ਤੇ ਲਿਖਤੀ ਇੱਕ ਚੀਜ਼, ਇੱਕ ਜਿਹੜੀ ਕਾਗਜ਼ ਤੇ ਲਿਖੀ ਆ ਉਹਨੂੰ ਤੁਸੀਂ ਹੁਣ ਪ੍ਰੈਕਟੀਕਲੀ ਲਿਆਉਣਾ ਧਰਤੀ ਤੇ, ਉਹ ਕੀ ਹੁੰਦਾ, ਐਗਜ਼ੈਕਟਿਵ। ਹੁਣ ਇਹ ਵੀ ਇੱਕ ਐਗਜ਼ੈਕਟਿਵ ਐਕਸ਼ਨ ਆ ਜੇ ਕੋਈ ਤੁਹਾਡਾ ਸਮਝੌਤਾ ਹੋਇਆ ਦੂਜੇ ਦੇਸ਼ ਦੇ ਨਾਲ। ਠੀਕ ਹੈ ਜੀ, ਸਮਝੌਤਾ ਹੋਇਆ ਨਾ, ਵੀ ਹੁਣ ਮੰਨ ਕੇ ਚਲੋ ਆਪਾਂ ਕੀ ਕਰਨਾ ਕੀ ਨਹੀਂ ਕਰਨਾਗਾ, ਇਹ ਇੱਕ ਐਗਜ਼ੈਕਟਿਵ ਐਕਸ਼ਨ ਹੈ। ਤੇ ਆਪਾਂ ਵੇਖਿਆ ਵੀ ਸਾਰੇ ਦੇ ਸਾਰੇ ਐਗਜ਼ੈਕਟਿਵ ਐਕਸ਼ਨ ਕਿਹਦੇ ਨਾਂ ਤੇ ਲਏ ਜਾਂਦੇ ਆ, ਪ੍ਰੈਜ਼ੀਡੈਂਟ ਦੇ ਨਾਂ ਤੇ ਲਏ ਜਾਂਦੇ ਆ।
ਤੋ ਇਹ ਵੀ ਕਹਿਣ ਦਾ ਮਤਲਬ ਜੇ ਕੋਈ ਟ੍ਰੀਟੀ ਆਪਣੇ ਵੀ ਪਾਕਿਸਤਾਨ ਦੇ ਨਾਲ ਟ੍ਰੀਟੀ ਦੇਖ ਲਿਓ ਕੋਈ ਹੋਈ ਹੈ, ਜਿਵੇਂ ਇੰਡਸ ਵਾਟਰ ਟ੍ਰੀਟੀ ਹੋਈ ਹੈ, ਆਪਣੇ ਪਾਣੀਆਂ ਦੇ ਨਾਲ ਸੰਬੰਧਿਤ ਸਮਝੌਤਾ ਹੋਇਆ ਹੋਇਆ ਪਾਕਿਸਤਾਨ ਦੇ ਨਾਲ, ਇੰਡਸ ਵਾਟਰ ਟ੍ਰੀਟੀ ਆਂਦੇ ਹੁਣ 1960 ਦੇ ਵਿੱਚ ਹੋਈ ਹੈ, ਠੀਕ ਆ। ਉਹ ਟ੍ਰੀਟੀ ਦੇ ਵਿੱਚ ਕੀ ਸੀਗਾ ਵੀ ਆਪਣੇ ਜਿਵੇਂ ਹੁਣ 5 ਦਰਿਆ ਸੀ ਨਾ ਆਪਣੇ ਪਹਿਲਾਂ, ਕਿਹੜੇ ਕਿਹੜੇ ਸੀ? ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ, ਇਹ 5 ਦਰਿਆ ਸੀ। ਇਹਨਾਂ 5 ਚੋਂ ਜਿਹੜੇ 2 ਦਰਿਆ ਸਤਲੁਜ ਤੇ ਬਿਆਸ, ਠੀਕ ਹੈ, ਤੇ ਰਾਵੀ, ਹਨਾ, ਰਾਵੀ ਵੀ ਅੱਧਾ ਕ ਆਪਣੇ ਇੱਥੋਂ ਦੀ ਲੰਘਦਾ। ਭਾਰਤ 'ਚ 3 ਹੀ ਰਹਿ ਗਏ ਹੁਣ, ਰਾਵੀ ਵੀ ਥੋੜਾ ਹਿੱਸਾ ਹੀ ਰਾਵੀ ਦਾ ਆਪਣੇ ਭਾਰਤ 'ਚ, ਬਾਕੀ ਉਧਰ ਹੀ ਹੈ। ਤੇ ਪਰ ਜਿਵੇਂ ਚਨਾਬ ਤੇ ਜੇਹਲਮ ਆ, ਉਹ ਵੈਸੇ ਮੇਨਲੀ ਪਾਕਿਸਤਾਨ 'ਚ, ਪਰ ਉਹ ਜਾਂਦੇ ਤਾਂ ਉਹ ਵੀ ਕਸ਼ਮੀਰ ਵਿੱਚ ਹੀ ਆ, ਉਹ ਵੀ ਇੰਡੀਆ 'ਚ ਹੈਗੇ ਆ, ਪੰਜਾਬ 'ਚ ਭਾਵੇਂ ਹੈ ਨਹੀਂ। ਸਮਝ ਲੱਗੀ ਜਾਂਦੀ ਆ? ਹਾਂ ਬਈ। ਹਾਂ ਹਾਂ ਠੀਕ ਆ। ਸੋ ਉਹ ਜਿਹੜੇ 5 ਦਰਿਆ ਹਨਾ, 5 ਦਰਿਆਵਾਂ ਚੋਂ ਅਸਲ 'ਚ ਇੰਡਸ ਵਾਟਰ ਟ੍ਰੀਟੀ 'ਚ ਕੀ ਕਿਹਾ ਸੀ ਵੀ ਜਿਹੜੇ 2 ਦਰਿਆਵਾਂ ਦਾ ਪਾਣੀ ਆ ਉਹ ਭਾਰਤ ਵਰਤ ਸਕਦਾ। ਕਿਹੜੇ ਕਿਹੜੇ ਦਾ? ਸਤਲੁਜ ਦਾ ਤੇ ਬਿਆਸ ਦਾ। ਜਿਵੇਂ ਮਰਜ਼ੀ ਵਰਤ ਲੇ, ਭਾਵੇਂ ਤਾਂ ਇੱਥੇ ਇਹ ਡੈਮ ਬਣਾ ਦੇ ਇਲੈਕਟ੍ਰਿਸਿਟੀ ਪੈਦਾ ਕਰਨ ਨੂੰ, ਭਾਵੇਂ ਇਹਨਾਂ ਦਰਿਆਵਾਂ ਦਾ ਪਾਣੀ ਨਹਿਰਾਂ ਬਣਾ ਕੇ ਕਿਸੇ ਹੋਰ ਹੀ ਪਾਸੇ ਨੂੰ ਲੈ ਜੇ, ਕੁਛ ਮਰਜ਼ੀ ਕਰ ਦੇ। ਪਰ ਜਿਹੜੇ ਰਾਵੀ, ਚਨਾਬ ਤੇ ਜੇਹਲਮ ਆ, ਉਹਨਾਂ ਦਾ ਜਿਹੜਾ ਪਾਣੀ ਆ ਉਹ ਕੌਣ ਵਰਤੂਗੀ? ਪਾਕਿਸਤਾਨ ਗੌਰਮੈਂਟ ਦਾ। ਵੀ ਉਹਦੇ ਤੇ ਭਾਰਤ ਕੋਈ ਬਾਹਲੇ ਵੱਡੇ ਪ੍ਰੋਜੈਕਟ ਨਹੀਂ, ਮਾੜਾ ਮੋਟਾ ਤਾਂ ਕੋਈ ਨਹੀਂ, ਤੁਸੀਂ ਵਰਤੀ ਜਾਂਦੇ ਆ ਵੀ ਜੇ ਹੁਣ ਮੰਨ ਕੇ ਚਲੋ ਪਸ਼ੂ ਪਾਣੀ ਪਿਆਲੇ ਹਨਾ, ਜਾਂ ਲੋਕ ਉੱਥੋਂ ਦੇ ਨਾਲ ਦੇ ਪਿੰਡਾਂ ਵਾਲੇ ਉਹ ਕੱਢ ਕੇ ਲੈ ਗਏ ਮਾੜਾ ਮੋਟਾ, ਉਹ ਕੋਈ ਚੱਕਰ ਨਹੀਂਗਾ, ਕੋਈ ਇਸ਼ੂ ਨਹੀਂ। ਪਰ ਜੇ ਹੁਣ ਮੰਨ ਕੇ ਚਲੋ ਤੁਸੀਂ ਕਹਿ ਦੋ ਵੀ ਉਹਨਾਂ ਰਿਵਰਸ ਦੇ ਉੱਤੇ ਤੁਸੀਂ ਜ਼ਿਆਦਾ ਵੱਡੇ ਡੈਮ ਬਣਾ ਦੋਗੇ, ਖਾਸ ਕਰ ਚਨਾਬ ਜੇਹਲਮ ਤੇ ਵੀ ਇੱਕ ਡੈਮ ਵੀ ਬਣਾ ਸਕਦੇ ਆ, ਪਰ ਇੱਕ ਛੋਟੇ ਲੈਵਲ ਦਾ, ਵੀ ਜ਼ਿਆਦਾ ਪਾਣੀ ਨਹੀਂ ਤੁਸੀਂ ਉਹਦਾ ਵਰਤ ਸਕਦੇ, ਵੀ ਉਹ ਲਿਮਟ ਆ ਵੀ ਇੰਨਾ ਪਾਣੀ ਤੁਸੀਂ ਉਹਦਾ ਵਰਤ ਸਕਦੇ ਆ, ਇਹ ਦੱਸਿਆ ਗਿਆ। ਤੇ ਸਤਲੁਜ ਤੇ ਬਿਆਸ ਆਪਣਾ ਹੀ ਆ, ਉਹ ਜਿੰਨਾ ਮਰਜ਼ੀ ਵਰਤ ਲਓ, ਉਹ ਤੁਹਾਨੂੰ ਦੇਦਾ। ਸਮਝ ਲੱਗੀ? ਜਦੋਂ ਦੇਸ਼ ਦੀ ਵੰਡ ਹੋਈ ਆ, ਫਿਰ ਹੁਣ 5 ਦਰਿਆ ਸੀ, ਉਹ ਦਰਿਆਵਾਂ 'ਚ ਤਾਂ ਵੰਡ ਹੋਣੀ ਸੀ ਨਾ। ਹੁਣ ਦਰਿਆ ਦੋਵੇਂ ਦੇਸ਼ਾਂ ਦੇ ਵਿੱਚ ਹੀ ਆ, ਵੀ ਉਹ ਦਰਿਆ ਹੁਣ ਮੰਨ ਕੇ ਚੱਲੋ ਆ ਬਾਅਦ ਵਿੱਚ ਸਤਲੁਜ ਵੀ ਕਿੱਥੇ ਜਾ ਵੜਦਾ? ਪਾਕਿਸਤਾਨ 'ਚ ਸਤਲੁਜ ਜਾਂਦਾ। ਹਾਂ ਬਈ। ਸਤਲੁਜ ਬਿਆਸ ਵੀ ਹਰੀਕੇ ਪੱਤਣ ਤੋਂ ਗਾਂਹ ਨੂੰ ਕਿੱਧਰ ਨੂੰ ਹੋ ਜਾਂਦੇ ਆ? ਪਾਕਿਸਤਾਨ ਨੂੰ ਹੀ ਹੋ ਜਾਂਦੇ ਆ। ਆਪਾਂ ਕਹਿੰਦੇ ਨੇ ਪਾਕਿਸਤਾਨ ਨੂੰ ਪਾਣੀ ਛੱਡਤਾ, ਇਹਨੇ ਨਾ। ਸੋ ਕਹਿਣ ਦਾ ਮਤਲਬ ਸਿਰਫ ਇੰਨਾ ਵੀ ਉਹ ਜਿਹੜੇ ਦਰਿਆ ਹੁਣ ਇੰਡੀਆ ਦੇ ਵਿੱਚ ਵੀ ਆ, ਪਾਕਿਸਤਾਨ ਦੇ ਵਿੱਚ ਵੀ ਆ, ਹੁਣ ਇਹ ਰੌਲਾ ਇਹ ਪੈਂਦਾ ਵੀ ਹਾਂ ਪਾਣੀ ਕਿਹੜਾ ਵਰਤੂਗਾ, ਕਿਹੜੇ ਦਰਿਆ ਦਾ। ਉਹਦੇ ਵਾਸਤੇ ਹੋਈ ਸੀ ਵੀ ਬਈ ਜਿਹੜੇ ਉਹ 2 ਦਰਿਆ ਸਤਲੁਜ ਤੇ ਬਿਆਸ, ਉਹ ਤੁਸੀਂ ਕਿਤੇ 'ਚ ਤੁਰਿਆ ਹੋ ਕੰਮ, ਤੇ ਜਿਹੜੇ 3 ਦਰਿਆ ਉਹ ਪਾਕਿਸਤਾਨ ਦੀ ਮਰਜ਼ੀ ਹੈ। ਤੇ ਜੇ ਭਾਰਤ ਉੱਤੇ ਕੋਈ ਜ਼ਿਆਦਾ ਵੱਡਾ ਪ੍ਰੋਜੈਕਟ ਬਣਾਉਂਦਾ ਤਾਂ ਪਾਕਿਸਤਾਨ ਉਹ ਚੀਜ਼ ਤੇ ਆਬਜੈਕਸ਼ਨ ਕਰ ਸਕਦਾ ਵੀ ਤੁਸੀਂ ਆਹ ਕਾਹਤੋਂ ਬਣਾਇਆ, ਤੇ UN ਨੂੰ ਕਹੂਗਾ ਵੀ ਹਾਂਜੀ ਇਹ ਇਹਨਾਂ ਦਾ ਗਲਤ ਆ ਕੰਮ। ਵਰਲਡ ਬੈਂਕ ਵਿੱਚ ਪਿਆ ਸਰ, ਉਹਨਾਂ ਨੂੰ ਕਹੂਗਾ, ਤੇ ਫਿਰ ਭਾਰਤ ਨੂੰ ਵਰਲਡ ਬੈਂਕ ਦੀ ਗੱਲ ਮੰਨਣੀ ਪਊ। ਜੇ ਨਾ ਮੰਨੂਗਾ ਤੇ ਵਰਲਡ ਬੈਂਕ ਨੇ ਕਾਹਨੂੰ ਆਪਾਂ ਨੂੰ ਲੋਨ ਹੀ ਨਹੀਂ ਦੇਣਾ। ਇੰਡੀਆ ਸਰਕਾਰ ਬਹੁਤ ਕਰਜ਼ੇ ਲੈਂਦੀ ਹੈ ਵਰਲਡ ਬੈਂਕ ਤੋਂ, ਉਹਨਾਂ ਨੇ ਦੇਣਾ ਹੀ ਨਹੀਂਗਾ। ਠੀਕ ਆ। ਸੋ ਇਹ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਉਹ ਇੰਡਸ ਵਾਟਰ ਟ੍ਰੀਟੀ ਹੋਈ ਸੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ, ਉਹ ਵਾਟਰ ਟ੍ਰੀਟੀ ਦੇ ਉੱਤੇ ਜੇ ਹੁਣ ਆਪਾਂ ਗੱਲ ਕੀਤੀ ਕਿਹਦੇ ਵੱਲੋਂ ਹੋਈ, ਉਹ ਇੱਕ ਹਿਸਾਬ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਹੋਈ ਹੋਊਗੀ। ਉਸ ਤੇ ਲਿਖਿਆ ਹੋਊਗਾ ਪ੍ਰੈਜ਼ੀਡੈਂਟ ਆਫ ਇੰਡੀਆ, ਵੀ ਸਾਈਨ ਵੀ ਉਹਦੇ ਪ੍ਰੈਜ਼ੀਡੈਂਟ ਦੇ ਹੋਣਗੇ। ਪਰ ਕੀਤੀ ਕਿਹਨੇ ਆ? ਕੀਤੀ ਸਰਕਾਰ ਨੇ ਹੋਊਗੀ। ਵੀ ਉਦੋਂ ਨਹਿਰੂ ਨੇ ਕੀਤੀ ਸੀ, ਤੇ ਉਦੋਂ ਪ੍ਰੈਜ਼ੀਡੈਂਟ ਸੀਗਾ ਰਜਿੰਦਰ ਪ੍ਰਸਾਦ। ਸਾਈਨ ਉੱਤੇ ਰਜਿੰਦਰ ਪ੍ਰਸਾਦ ਤੇ ਹੋਣਗੇ, ਭਾਵੇਂ ਪੜ੍ਹ ਕੇ ਵੇਖ ਲਓ ਜੀ, ਇੱਥੇ ਸਰਚ ਮਾਰ ਲਿਓ ਇੰਡਸ ਵਾਟਰ ਟ੍ਰੀਟੀ, ਉਹਦੇ ਤੇ ਐਂਡ ਤੇ ਵੇਖੋ। ਸਮਝ ਲੱਗ ਗਈ? ਸੋ ਡਿਪਲੋਮੈਟਿਕ ਪਾਵਰ ਤੋਂ ਪਹਿਲਾਂ ਪੁਆਇੰਟ ਪਤਾ ਲੱਗ ਗਿਆ ਵੀ ਜਿਹੜੀਆਂ ਇੰਟਰਨੈਸ਼ਨਲ ਟ੍ਰੀਟੀਜ਼ ਹੁੰਦੀਆਂ, ਸੰਧੀਆਂ ਹੁੰਦੀਆਂ, ਇੰਟਰਨੈਸ਼ਨਲ ਅੰਤਰਰਾਸ਼ਟਰੀ ਸੰਧੀਆਂ, ਉਹਨਾਂ ਦੇ ਸਾਈਨ ਕਿਹਦੇ ਚੱਲਦੇ ਆ? ਰਾਸ਼ਟਰਪਤੀ। ਬਸ ਇੰਨੀ ਗੱਲ ਹੀ ਹੈ, ਉਹ ਸਾਰਾ ਸਮਝਾਇਆ ਤੁਹਾਨੂੰ, ਗੱਲ ਇੰਨੀ ਕੀ। ਫਿਰ ਦੂਜਾ ਕੀ ਹੈ? ਸੈਂਡਸ ਐਂਡ ਰਿਸੀਵਸ ਡਿਪਲੋਮੈਟਸ ਲਾਈਕ ਅੰਬੈਸਡਰਸ, ਹਾਈ ਕਮਿਸ਼ਨਰ ਐਂਡ ਸੋ ਔਨ। ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਹਨਾ, ਵੀ ਜਿਹੜਾ ਹੁਣ ਮੈਂ ਤੁਹਾਨੂੰ ਕਹੀ ਜਾਂਦਾ ਵੀ ਮੈਨੂੰ ਕੈਨੇਡਾ ਦੇ ਵਿੱਚ ਅੰਬੈਸਡਰ ਬਣਾ ਕੇ ਭੇਜਣਾ ਸੀ, ਉਹ ਕੌਣ ਭੇਜਦਾ? ਪ੍ਰੈਜ਼ੀਡੈਂਟ, ਜਾਂ ਸਰਕਾਰ ਕਹਿ ਲਗੇ ਦੂਜੇ ਸ਼ਬਦਾਂ 'ਚ ਹਨਾ, ਵੀ ਨਾ ਪ੍ਰੈਜ਼ੀਡੈਂਟ ਦਾ ਚੱਲਦਾ, ਭੇਜਦੀ ਸਰਕਾਰ ਆ। ਵੀ ਹੁਣ ਵੇਖੋ, ਮੈਂ ਪੇਪਰ ਕਲੀਅਰ ਕਰ ਲਿਆ, ਜਿਹੜਾ ਅੰਬੈਸਡਰ ਵਾਲਾ ਪੇਪਰ ਹੁੰਦਾ IAS ਦਾ ਹੀ ਹੁੰਦਾ, ਉਹ ਵੀ IFS ਕਹਿੰਦੇ ਆ ਉਹਨੂੰ, ਉਹ ਪੇਪਰ ਮੈਂ ਕਲੀਅਰ ਕਰ ਲਿਆ। ਤੇ ਉਹ ਹੁਣ ਪੇਪਰ ਕਲੀਅਰ ਕਰਨ ਤੋਂ ਬਾਅਦ ਹੁਣ ਮੈਨੂੰ ਕਿਹੜੇ ਦੇਸ਼ ਦੇ ਵਿੱਚ ਲਾਉਣਾ ਅੰਬੈਸਡਰ? ਪਾਕਿਸਤਾਨ ਚ ਲਾਉਣਾ ਕਿ ਚੀਨ ਚ ਲਾਉਣਾ ਕਿ ਕੈਨੇਡਾ ਕਿ ਫਰਾਂਸ, ਹਨਾ? ਉਹ ਚੀਜ਼ ਕੌਣ ਡਿਸਾਈਡ ਕਰੂਗਾ? ਪ੍ਰੈਜ਼ੀਡੈਂਟ। ਕਿਹਨੇ ਕਰਨੇ ਆ ਸੈਂਡ? ਅੰਬੈਸਡਰ ਇੰਡੀਆ ਤੋਂ ਦੂਜੇ ਦੇਸ਼ਾਂ ਦੇ ਵਿੱਚ ਅੰਬੈਸਡਰ ਕੌਣ ਸੈਂਡ ਕਰੂਗਾ? ਇੰਡੀਆ ਦੇ ਪ੍ਰੈਜ਼ੀਡੈਂਟ। ਤੇ ਉਹ ਦੂਜੇ ਦੇਸ਼ਾਂ ਦੇ ਜਿਹੜੇ ਉੱਥੋਂ ਅੰਬੈਸਡਰ ਆਉਣਗੇ, ਜਿਵੇਂ ਕੈਨੇਡਾ ਦਾ ਅੰਬੈਸਡਰ ਦਿੱਲੀ ਆਊਗਾ, ਆਸਟ੍ਰੇਲੀਆ ਦਾ ਵੀ ਆਊਗਾ, ਉਹਨਾਂ ਨੂੰ ਰਿਸੀਵ ਕੌਣ ਕਰੂਗਾ? ਉਹ ਵੀ ਪ੍ਰੈਜ਼ੀਡੈਂਟ। ਬਸ
ਠੀਕ ਅੰਬੈਸਡਰ ਤੇ ਹਾਈ ਕਮਿਸ਼ਨਰ 'ਚ ਕੋਈ ਫਰਕ ਨਹੀਂ ਹੁੰਦਾ। ਹੁਣ ਮੈਂ ਜੇ ਤੁਹਾਡੇ ਠੀਕ ਹੈ। ਯਾਦ ਹੋਵੇ ਮੈਂ ਤੁਹਾਨੂੰ ਕਾਮਨਵੈਲਥ ਕੰਟਰੀਜ਼ ਬਾਰੇ ਦੱਸਿਆ ਸੀ। ਕਾਮਨਵੈਲਥ ਕੰਟਰੀਜ਼ ਕਿਹੜੀਆਂ ਹੁੰਦੀਆਂ? ਦੱਸਿਆ ਜਿਵੇਂ ਆ ਪਾਕਿਸਤਾਨ ਹੋ ਗਈ। ਕਿਹੜੀਆਂ ਹੁੰਦੀਆਂ? ਤੇ ਮੈਂ ਡੈਫੀਨੇਸ਼ਨ ਦਿੱਤੀ ਸੀ। ਅੱਛਾ, ਜਿਹੜੀਆਂ ਇੱਕ ਟਾਈਮ ਤੇ ਅੰਗਰੇਜ਼ਾਂ ਦੀਆਂ ਜਿਹੜੀਆਂ ਗੁਲਾਮ ਗੁਲਾਮ ਰਹੀਆਂ ਰਹੀਆਂ। ਉਹ ਸਾਰੀਆਂ ਕਾਮਨਵੈਲਥ ਕੰਟਰੀ। ਸੋ ਕਾਮਨਵੈਲਥ ਕੰਟਰੀਜ਼ ਜਿਹੜੀਆਂ ਉਹਨਾਂ ਦੇ ਵਿੱਚ ਅੰਬੈਸਡਰ ਨੂੰ ਅਸੀਂ ਕੀ ਕਹਿੰਦੇ ਆ? ਹਾਈ ਕਮਿਸ਼ਨਰ। ਠੀਕ ਹੈ। ਜੇ ਭਾਰਤ ਦਾ ਪਾਕਿਸਤਾਨ, ਹੁਣ ਜਿਵੇਂ ਪਾਕਿਸਤਾਨ ਵੀ ਗੁਲਾਮ ਰਿਹਾ, ਭਾਰਤ ਵੀ ਗੁਲਾਮ ਰਿਹਾ, ਜਿਹੜਾ ਹੁਣ ਭਾਰਤ ਦਾ ਅੰਬੈਸਡਰ ਹੋਊਗਾ ਪਾਕਿਸਤਾਨ ਦੇ ਵਿੱਚ, ਉਹਨੂੰ ਆਪਾਂ ਅੰਬੈਸਡਰ ਨਹੀਂ ਬੋਲਾਂਗੇ, ਆਪਾਂ ਕਹਾਂਗੇ ਭਾਰਤ ਦਾ ਹਾਈ ਕਮਿਸ਼ਨਰ ਆ ਪਾਕਿਸਤਾਨ 'ਚ। ਜੇ ਕੈਨੇਡਾ ਵੀ ਗੁਲਾਮ ਰਿਹਾ, ਆਪਾਂ ਇਹ ਨਹੀਂ ਕਹਾਂਗੇ ਵੀ ਕੈਨੇਡਾ ਦਾ ਅੰਬੈਸਡਰ ਆ ਗਿਆ, ਆਪਾਂ ਕਹਾਂਗੇ ਭਾਰਤ ਦਾ ਹਾਈ ਕਮਿਸ਼ਨਰ ਜਾਂ ਕੈਨੇਡਾ ਦਾ ਹਾਈ ਕਮਿਸ਼ਨਰ ਆ। ਚੀਜ਼ ਉਹੀ ਆ, ਕੰਮ ਉਹੀ ਆ, ਪਰ ਜੇ ਤਾਂ ਕਿਸੇ ਨੌਨ ਕਾਮਨਵੈਲਥ ਕੰਟਰੀ ਦੇ ਵਿੱਚ ਉਹੀ ਬੰਦਾ ਗਿਆ, ਜਿਵੇਂ ਹੁਣ ਫਰਾਂਸ ਆ, ਫਰਾਂਸ ਨਹੀਂ ਉਹ ਗੁਲਾਮ ਰਿਹਾ, ਹੁਣ ਫਰਾਂਸ ਦੇ ਵਿੱਚ ਗਿਆ ਤਾਂ ਆਪਾਂ ਉਸੇ ਬੰਦੇ ਨੂੰ ਬੋਲਾਂਗੇ ਵੀ ਉਹ ਸਾਡਾ ਅੰਬੈਸਡਰ ਆ ਫਰਾਂਸ ਦੇ ਵਿੱਚ। ਠੀਕ ਹੈ। ਤੇ ਜੇ ਮੰਨ ਕੇ ਚੱਲੋ ਉਹੀ ਬੰਦਾ ਕੈਨੇਡਾ ਦੇ ਵਿੱਚ ਗਿਆ ਤੇ ਆਪਾਂ ਕਹਾਂਗੇ ਉਹ ਬੰਦਾ ਸਾਡਾ ਹਾਈ ਕਮਿਸ਼ਨਰ ਆ ਕੈਨੇਡਾ ਦੇ ਵਿੱਚ। ਓਕੇ, ਹਾਂ ਬਈ। ਸਮਝ ਲੱਗ ਗਈ? ਸੋ ਡਿਪਲੋਮੈਟਿਕ ਪਾਵਰਸ ਦੇ ਵਿੱਚ ਦੋ ਹੀ ਪੁਆਇੰਟ ਆ। ਇੱਕ ਤਾਂ ਜਿੰਨੀਆਂ ਵੀ ਇੰਟਰਨੈਸ਼ਨਲ ਸੰਧੀਆਂ ਹੋਣਗੀਆਂ ਉਹ ਕਿਹਦੇ ਬਿਹਾਵ ਤੇ ਹੋਣਗੀਆਂ, ਕਿਹਦੇ ਸਾਈਨ ਹੋਣਗੇ ਉੱਤੇ? ਰਾਸ਼ਟਰਪਤੀ ਦੇ। ਤੇ ਦੂਜਾ ਕੀ ਹੈ ਵੀ ਜਿਹੜੇ ਅੰਬੈਸਡਰ ਭੇਜਣੇ ਆ ਜਾਂ ਬਾਹਰੋਂ ਰਿਸੀਵ ਕਰਨੇ ਆ ਉਹ ਵੀ ਕੌਣ ਕਰੂਗਾ? ਪ੍ਰੈਜ਼ੀਡੈਂਟ ਕਰੂਗਾ। ਓਕੇ ਹੈ। ਓਕੇ ਬਈ। ਮਿਲਟਰੀ ਪਾਵਰਸ ਤੇ ਚਲੇ ਗਏ। ਹਾਂ ਬਈ। ਮਿਲਟਰੀ ਪਾਵਰ ਦੀ ਸਿੱਧੀ ਜੀ ਗੱਲ ਹੈ, ਸੁਪਰੀਮ ਕਮਾਂਡਰ ਕੌਣ ਹੁੰਦਾ ਤਿੰਨਾਂ ਸੈਨਾ ਦਾ? ਹੁਣ ਦੇਖੋ, ਥਲ ਸੈਨਾ, ਜਲ ਸੈਨਾ ਤੇ ਤੀਜੀ ਕਿਹੜੀ ਹੈ? ਹਵਾਈ ਸੈਨਾ। ਏਅਰ ਫੋਰਸ, ਨੇਵੀ ਤੇ ਇੰਡੀਅਨ ਆਰਮੀ। ਠੀਕ ਹੈ। ਇਹਨਾਂ ਤਿੰਨਾਂ ਦਾ ਜਿਹੜਾ ਮੁਖੀ ਆ ਸੁਪਰੀਮ ਕਮਾਂਡਰ ਆ। ਵੇਖੋ, ਇੱਕ ਤਾਂ ਕੱਲੇ ਕੱਲੇ ਦੇ ਮੁਖੀ ਹੁੰਦੇ ਨਾ, ਵੀ ਥਲ ਸੈਨਾ ਦਾ ਵੀ ਇੱਕ ਮੁਖੀ ਹੈਗਾ। ਠੀਕ ਹੈ। ਉਹਨੂੰ ਆਪਾਂ ਆਰਮੀ ਚੀਫ ਕਹਿ ਦਿੰਦੇ ਆ। ਉਹ ਕੌਣ ਆ? ਚਲੋ ਕਰਦੇ ਆ। ਆਰਮੀ ਚੀਫ ਹੋ ਗਿਆ। ਨੇਵੀ ਦਾ ਵੀ ਹਾਂ ਬਈ। ਐਡਮਾਇਰਲ ਹੁੰਦਾ, ਏਅਰ ਫੋਰਸ ਦਾ ਵੀ ਚੀਫ ਹੁੰਦਾ। ਠੀਕ ਹੈ। ਕੱਲੇ ਕੱਲੇ ਹਨਾ ਉਹ। ਤੇ ਪਰ ਜਿਵੇਂ ਹੁਣ ਮੰਨ ਕੇ ਚਲੋ ਕਿਸੇ ਚੀਨ ਨਾਲ ਯੁੱਧ ਲੱਗਣਾ, ਚੀਨ ਨਾਲ ਯੁੱਧ, ਜੇ ਹੁਣ ਕਹਿ ਦਈਏ ਵੀ ਆਰਮੀ ਕੱਲੀ ਆਪੇ ਲਾ ਲੂਗੀ ਵੀ ਹਾਂ ਆਰਮੀ ਦਾ ਉਹ ਜਿਹੜਾ ਮੁਖੀ ਆ ਉਹ ਕਹਿ ਦੂਗਾ ਵੀ ਚਲੋ ਵੀ ਆਪਾਂ ਚੀਨ ਨਾਲ ਲੜ ਗਏ ਨਾ। ਅਸਲ 'ਚ ਸਾਰਿਆਂ ਤੋਂ ਉੱਤੇ ਕੌਣ ਆ? ਤਿੰਨੇ ਸੈਨਾ ਦੇ ਵੀ ਉੱਤੇ ਕੌਣ ਆ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਦੱਸੂਗਾ ਵੀ ਹਾਂ ਵੀ ਹੁਣ ਆਹ ਥਲ ਸੈਨਾ ਨੇ ਆਹ ਐਕਸ਼ਨ ਲੈਣਾ। ਜਿਵੇਂ ਹੁਣ ਬਾਲਾਕੋਟ ਸਟ੍ਰਾਈਕ ਕੀਤੀ, ਜੇ ਤੁਹਾਡੇ ਯਾਦ ਹੋਵੇ, ਵੀ ਪਾਕਿਸਤਾਨ ਤੇ ਬੰਬ ਨਹੀਂ ਸੁੱਟ ਕੇ ਆਏ ਸੀ ਆਪਣੇ ਵਾਲੇ ਪੁਲਵਾਮਾ ਹਮਲੇ ਤੋਂ ਹਾਂ ਬਾਅਦ। ਬਈ। ਬੜਾ ਹਾਂ ਰੌਲਾ ਹਾਂ ਪਿਆ ਸੀ, ਆਂਦੇ ਸੀ ਜੰਗ ਲੱਗੂ ਜੰਗ ਲੱਗੂ ਹਨਾ। ਉਦੋਂ ਹੁਣ ਜਿਹੜਾ ਉਹ ਹਾਂ। ਚੀਜ਼ ਦੀ ਕੀ ਪਰਮਿਸ਼ਨ ਦਿੱਤੀ ਹੋਊਗੀ ਉੱਥੇ ਹਵਾਈ ਸੈਨਾ ਨੂੰ ਆਹ ਕੰਮ ਕਰਨ ਦੀ, ਉਹ ਕਿਹਨੇ ਦਿੱਤੀ ਹੈ? ਪ੍ਰੈਜ਼ੀਡੈਂਟ ਨੇ, ਕਿਉਂਕਿ ਸੁਪਰੀਮ ਕਮਾਂਡਰ ਤਾਂ ਉਹੀ ਆ। ਹਵਾਈ ਸੈਨਾ ਕੁਝ ਨਹੀਂ ਕਰ ਸਕਦੀ ਉਹਦੀ ਪਰਮਿਸ਼ਨ ਤੋਂ ਬਿਨਾਂ, ਵੀ ਜੇ ਆਪਾਂ ਵੱਡੇ ਪੱਧਰ ਤੇ ਕੋਈ ਵੀ ਫੈਸਲਾ ਲੈ ਲੂਗੀ ਨਾ, ਉਹਨੂੰ ਪੁੱਛਣਾ ਪਊਗਾ ਵੀ ਆਹ ਐਂ ਕਰ ਲਈਏ। ਸਮਝ ਲੱਗ ਗਈ? ਸੁਪਰੀਮ ਕਮਾਂਡਰ ਆਫ ਦਾ ਡਿਫੈਂਸ ਫੋਰਸਸ ਆਫ ਇੰਡੀਆ। ਠੀਕ ਹੈ, ਸਮਝ ਲੱਗ ਗਈ? ਤੇ ਹੁਣ ਜਿਹੜਾ ਨੇਵੀ ਦਾ ਚੀਫ ਆ ਜਾਂ ਏਅਰ ਫੋਰਸ ਦਾ ਚੀਫ ਆ ਜਾਂ ਆਰਮੀ ਦਾ ਚੀਫ ਆ, ਉਹ ਵੀ ਕੌਣ ਲਾਊਗਾ? ਕੌਣ ਲਾਊਗਾ? ਪ੍ਰੈਜ਼ੀਡੈਂਟ। ਪੁਆਇੰਟਸ ਦਾ ਚੀਫਸ ਆਫ ਦਾ ਆਰਮੀ, ਨੇਵੀ ਐਂਡ ਦਾ ਏਅਰ ਫੋਰਸ। ਠੀਕ ਹੈ। ਉਦੋਂ ਬਾਅਦ ਡਿਕਲੇਅਰ ਵਾਰ, ਉਹ ਵੀ ਤੁਹਾਨੂੰ ਦੱਸਿਆ। ਠੀਕ ਹੈ। ਉਹ ਵੀ ਕਿਹਨੇ ਕਰਨੀ ਡਿਕਲੇਅਰ? ਇੱਕ ਮਿੰਟ, ਆਪਾਂ ਅਗਲੀ ਵੀਡੀਓ 'ਚ ਕਰਦੇ ਹਾਂ ਗੱਲ।